ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਇਸ ਗੁਰੂ ਨਾਨਕ ਦੀ ਫਲਵਾੜੀ ਦੇ ਵਿੱਚ ਜੀ ਆਇਆਂ ਨੂੰ। ਔਰ ਮੈਂ ਕਹਾਂਗਾ ਕਿ ਰੋਜ਼ ਹਰ ਕਲਾਸ ਵਿੱਚ ਇੱਕ ਨਵਾਂ ਪੱਖ ਆਂਦਾ ਹੈ, ਇੱਕ ਨਵਾਂ ਸੰਦੇਸ਼ ਆਂਦਾ ਹੈ, ਇੱਕ ਨਵੀਂ ਸਮਝ ਆਂਦੀ ਹੈ, ਬੂਝ ਆਂਦੀ ਹੈ ਔਰ ਸਾਨੂੰ ਰਾਹ ਮਿਲਦਾ ਹੈ। ਤੇ ਹਰ ਰੋਜ਼ ਦਾ ਰਾਹ ਜਿਹੜਾ ਹੈ ਉਹ ਸੱਚੇ ਮਾਰਗ ਵੱਲ ਸਾਨੂੰ ਜਾਣ ਦੇ ਵਾਸਤੇ ਇੱਕ ਬਹੁਤ ਹੀ ਆਧੁਨਿਕ ਔਰ ਆਦਰਸ਼ਿਕ ਜੀਵਨ ਦੀ ਜਾਂਚ ਨੂੰ ਸਾਂਝ ਕਰ ਰਿਹਾ ਹੈਗਾ। ਅੱਜ ਸਾਡੇ ਵੀਰ ਡਾਕਟਰ ਜੈਦੀਪ ਸਿੰਘ ਜੀ ਜੋ ਪ੍ਰੋਫੈਸ਼ਨਲੀ ਡਾਕਟਰ ਹਨ ਔਰ ਦੁਬਈ ਵਿੱਚ ਹਨ, ਉਹ ਸਾਡੇ ਨਾਲ ਸਾਂਝ ਕਰਨਗੇ। ਔਰ ਅੱਜ ਦਾ ਮੈਟਰ ਬੜਾ ਹੀ ਇੱਕ ਮੈਂ ਕਹਾਂਗਾ ਕਿ ਜਿਹੜਾ ਕਿ ਗੁਰਬਾਣੀ ਨੂੰ ਸਮਝਣਾ, ਵਿਚਾਰਨਾ ਔਰ ਪਹੁੰਚਣਾ ਉਹਦੇ ਵਿੱਚ ਬੜਾ ਹੈਲਪਫੁਲ ਹੋਏਗਾ ਕਿ ਬਿਟਵੀਨ ਦੀ ਵੇਰੀਅਸ ਵੋਕੈਬਲਰੀ ਆਫ ਸ਼ਬਦ ਔਰ ਉਹਦਾ ਮਤਲਬ ਸਾਨੂੰ ਸਮਝ ਆ ਜਾਏ ਔਰ ਉਹਦਾ ਸੀਕੁਐਂਸ ਸਮਝ ਆ ਜਾਏ ਤੇ ਉਹਦੇ ਵਿੱਚ ਗੁਰ ਔਰ ਗੁਰਾਂ ਔਰ ਗੁਰੂ ਔਰ ਸਤਗੁਰੂ ਔਰ ਵਾਹਿਗੁਰੂ, the sequence of these words, and even I would say Vaha Vaha, Vaha Vaha to Vaheguru, all this in maybe in due course of time। ਇਹਨੂੰ ਸਾਡੇ ਨਾਲ ਡਾਕਟਰ ਜੈਦੀਪ ਜੀ ਲੈ ਕੇ ਸਾਨੂੰ ਇਹਦੇ ਨਾਲ ਆਪਣੇ ਵਿਚਾਰ ਸ਼ੇਅਰ ਕਰਨਗੇ। ਓਵਰ ਟੂ ਯੂ ਐਂਡ ਵੈਲਕਮ ਟੂ ਯੂ ਡਾਕਟਰ ਜੈਦੀਪ ਸਿੰਘ ਜੀ, ਜਿਨ੍ਹਾਂ ਨੇ ਆਪਣਾ ਅੱਜ ਦਾ ਇਹਨਾਂ ਦਾ ਵਰਕਿੰਗ ਡੇ ਵੀ ਹੈਗਾ ਸੀ ਐਂਡ ਉਸ ਟਾਈਮ ਇਸ ਵੇਲੇ ਉੱਥੇ 5 ਹੈਗਾ ਔਰ ਸਾਡਾ 6:30 ਹੈਗਾ, ਤਾਂ ਵੀ ਉਹਨਾਂ ਨੇ ਆਪਣਾ ਇਹ ਟਾਈਮ ਕੱਢ ਕੇ ਸਾਡੇ ਨਾਲ ਸਾਂਝ ਕਰ ਰਹੇ ਹਨ। ਵੈਲਕਮ ਟੂ ਯੂ, ਓਵਰ ਟੂ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਦਾ ਬਹੁਤ ਬਹੁਤ ਸ਼ੁਕਰ ਹੈ ਕਿ ਅਸੀਂ ਇਸ ਤਰ੍ਹਾਂ ਵਿਚਾਰ ਸਾਂਝੇ ਕਰ ਰਹੇ ਹਾਂ। ਵਿਚਾਰ ਸਾਂਝਿਆਂ ਕਰਦੇ ਹਾਂ, ਗੁਰੂ ਜੀ ਦੀ ਕਿਰਪਾ ਰਵੇ ਕਿ ਜੋ ਚੀਜ਼ ਗੁਰੂ ਜੀ ਕਹਿਣਾ ਚਾਹੁੰਦੇ ਆ ਉਹੀ ਸਾਡੇ ਮੂੰਹ ਤੋਂ ਕਢਾਉਣ। ਸਾਡੀ ਕੋਈ ਸੋਝੀ ਨਹੀਂ ਹੈ ਕਿ ਅਸੀਂ ਆਪਣੀ ਕੋਈ ਮੱਤ ਰੱਖ ਸਕੀਏ। ਜਿਸ ਤਰ੍ਹਾਂ ਕਿ ਅਸੀਂ ਪਹਿਲਾਂ ਵੀ ਇੱਕ ਵਾਰੀ ਡਿਸਕਸ ਗੁਰੂ ਸਤਿਗੁਰੂ ਕੀਤਾ ਸੀ, ਦੀ ਆਈਡੀਆ ਹੇਅਰ ਇਜ਼ ਕਿ ਜਿਹੜਾ ਵੀ ਅਸੀਂ ਇਹ ਦੂਸਰਾ ਆਸਪੈਕਟ, ਇਸ ਉਹ ਵਾਲਾ ਆਸਪੈਕਟ ਹੈ ਜਿੱਥੇ ਗ੍ਰਾਮਰ ਵੀ ਜ਼ਰੂਰੀ ਨਹੀਂ ਹੈ ਕਿ ਕਰੈਕਟ ਹੋ ਗ੍ਰਾਮੈਟੀਕਲੀ, ਜਿਹੜਾ ਅਸੀਂ ਇੱਕ ਵਾਰੀ ਗ੍ਰਾਮਰ ਵੀ ਪੜ੍ਹੀ ਸੀ। ਸੋ ਦੇਰ ਆਰ ਫਿਊ ਕੋਰੋਲਰੀਜ਼, ਕੁਛ ਚੀਜ਼ਾਂ ਮੈਂ ਦੱਸਾਂਗਾ ਉਹ ਅਸੀਂ ਸ਼ੁਰੂ ਕਰਨ ਤੋਂ ਪਹਿਲਾਂ ਮੰਨ ਕੇ ਚੱਲਦੇ ਹਾਂ। ਪਹਿਲੀ ਗੱਲ ਤੇ ਮੈਂ ਦੱਸ ਦੇਵਾਂ ਕਿ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਇੱਕ ਭਾਈ ਜੀ ਹੈਗੇ, ਭਾਈ ਈਸਰ ਸਿੰਘ ਜੀ, ਉਹ ਬੇਟੇ ਨੇ ਜਿਹੜੇ ਉਹਨਾਂ ਦੇ ਫਾਦਰ ਜਥੇਦਾਰ ਹੈਗੇ ਸੀ ਹਜੂਰ ਸਾਹਿਬ, ਤਖਤ ਹਜੂਰ ਸਾਹਿਬ ਜੀ ਦੇ, ਉਹਨਾਂ ਦੇ ਲੜਕੇ ਨੇ। ਹੀ ਵਾਜ਼ ਅ ਲਾਇਰ, so he had done a lot of research. In fact, he left his profession and he went into the deep understanding of Gurbani. So ਇਹ ਜਿਹੜਾ concept ਹੈ, this concept why I want to share is because ਇੱਥੇ ਇੰਨੇ ਵਿਦਵਾਨ ਨੇ, ਇਹ ਸ਼ਾਇਦ ਇੱਕ ਨਵੀਂ ਰੋਸ਼ਨੀ ਪਾਵੇ ਸਾਨੂੰ ਗੁਰਬਾਣੀ ਅੰਡਰਸਟੈਂਡਿੰਗ ਕਰਨ ਦੀ। ਕਿਤੇ ਕਿਤੇ ਜਿੱਥੇ ਸਾਨੂੰ ਡਿਫੀਕਲਟੀ ਆਉਂਦੀ ਮੀਨਿੰਗ ਕਰਨ ਦੇ, ਇਹ ਹੋ ਸਕਦਾ ਇਹ ਕੰਸੈਪਟ ਫਾਇਦਾ ਦੇ। ਇਹਦੇ 'ਚ ਦੋ ਚਾਰ ਚੀਜ਼ਾਂ ਅਸੀਂ ਕਹਾਂਗੇ। ਜਿਸ ਤਰ੍ਹਾਂ ਮੈਂ ਕਿਹਾ ਕਿ ਜ਼ਰੂਰੀ ਨਹੀਂ ਸਟ੍ਰਿਕਟਲੀ ਗ੍ਰਾਮਰ ਨੂੰ ਫੋਲੋ ਹੋਵੇ, ਇਸ ਕਰਕੇ ਮੈਂ ਪਹਿਲਾਂ ਤੋਂ ਹੀ ਮਾਫੀ ਮੰਗਾਂਗਾ ਮਨਜੀਤ ਸਿੰਘ ਜਾਲੀ ਜੀ ਕੋਲੋਂ ਕਿ it may not follow that, because here what they have done is that every Syari Bihari is very important here also, but it has been related to certain emotion. So why then we are sharing it? ਇਹਨੂੰ ਸ਼ੇਅਰ ਕਰਨ ਦਾ ਇਹੋ ਆਈਡੀਆ ਸੀ ਕਿ ਅਸੀਂ ਹੁਣ ਤੱਕ ਥਿਓਰੀ ਬਹੁਤ ਪੜ੍ਹ ਰਹੇ ਹਾਂ, ਪਰ ਪ੍ਰੈਕਟੀਕਲੀ ਕਿੱਦਾਂ ਅਪਣਾਉਣਾ ਇਸ ਚੀਜ਼ ਨੂੰ। ਸੋ ਇਹ ਪ੍ਰੈਕਟੀਕਲੀ ਅਪਣਾਉਣ ਦਾ ਇੱਕ ਤਰੀਕਾ ਹੋਏਗਾ ਕਿ ਜੋ ਅਸੀਂ ਪੜ੍ਹੀ ਜਾਵਾਂਗੇ ਉਹ ਅਸੀਂ ਪ੍ਰੈਕਟੀਕਲੀ ਕਿੱਦਾਂ ਅਪਣਾਵਾਂਗੇ। ਇਸ ਤੋਂ ਬਾਅਦ ਇੱਕ ਹੋਰ ਚੀਜ਼ ਮੈਂ ਸ਼ੇਅਰ ਕਰਾਂਗਾ ਕਿ ਸੱਤ ਜਿਹੜਾ ਸ਼ਬਦ ਹੈ, ਸੱਤ ਦਾ ਮਤਲਬ ਸੱਚ ਹੈ, ਹਰ ਜਗ੍ਹਾ ਲਿਖਿਆ ਹੁੰਦਾ ਸੱਤ ਮੀਨਸ ਟਰੂਥ। ਇੱਥੇ ਸੱਤ ਦਾ ਇੱਕ ਹੋਰ ਮੀਨਿੰਗ ਵੀ ਹੋਏਗਾ, ਇਟ ਇਜ਼ ਟਰੂਥ ਔਰ ਐਕਸੈਪਟੈਂਸ। ਅਸੀਂ ਸੱਤ ਕਿਸੇ ਚੀਜ਼ ਨੂੰ ਮੰਨ ਲੈਂਦੇ, ਸੱਚ ਮੰਨ ਲੈਂਦੇ ਜਦੋਂ ਅਸੀਂ ਐਕਸੈਪਟ ਕਰਨੇ। ਜੇ ਅਸੀਂ ਐਕਸੈਪਟ ਨਾ ਕਰੀਏ ਤੇ ਸੱਤ ਹੈਗਾ ਕਿ ਮੇਰੇ ਲਈ ਸੱਤ ਨਹੀਂ ਹੈ ਕਿਉਂਕਿ ਮੈਂ ਐਕਸੈਪਟ ਨਹੀਂ ਕਰ ਰਿਹਾ। ਕਿਸੇ ਨੇ ਕੋਈ ਕੰਮ ਕੀਤਾ, ਉਹ ਕਵੇ ਮੈਂ ਕੰਮ ਕੀਤਾ, ਮੈਂ ਨਹੀਂ ਮੰਨਦਾ। ਜੇ ਮੈਂ ਮੰਨਾਂਗਾ ਨਹੀਂ ਤੇ ਇਟ ਇਜ਼ ਨਾਟ ਟਰੂਥ ਫॉर मी।
So acceptance is something which is related with सत, ते इत्थे असी सत दा मीनिंग दोनों साइडों लेना है, truth and acceptance. So with that we will start. So मैनू पहला तुसी ये दसना कि नेक्स्ट स्लाइड आंदी कि नहीं आंदी, जे नहीं आंदी मैं दस देना। नेक्स्ट स्लाइड आई है उत्थे, लास्ट टाइम में प्रॉब्लम हुई सी तां आई नेक्स्ट स्लाइड। अच्छा इत्थे तुसी देख रहे हो तीन आगे हाँ जी तीन कॉलम है, तीन कॉलम के अंदर लिखा है गुर ते सतगुर ते सतगुर। हुण डिफरेंसेस की ने, पहला गुर है, दूसरा है सतगुर जिथे तत्ते ते मुक्ता है, तीसरा सतगुर है जिथे तत्ते ते सियारी है। हुण ये तो एक चेंजेस हुई हॉरिजॉन्टली, जे तुसी रो वाइज देखो तो तुसी देखोगे कि पहला गुर है मुक्ते वाला, ररित मुक्ता, उस तो बाद जिहड़ा हैगा ओहदे थल्ले औंकड़ लग गई ते इत्थे सियारी लग गई, और सब थल्ले देखो तो दुलैंकड़ लग गई। सो इस तरह ही डिफरेंस इत्थे हैगा चारों पासे। सो नाउ वी विल अंडरस्टैंड कि ये सारिਆਂ ਦਾ की फर्क हैगा। देखो पहला गुरु शब्द शुरू करने, स्लाइड चेंज हुई, उत्थे गुरु आया खाली कल्ला गुरु। ओके नाउ गुरु दे शब्द असी कई बारी ਇਹਦਾ मीनिंग कर चुके हैगा, जेड़ा कि कह सकते हैगे कि गुरु शब्द की जिहड़ी धातु जिहड़े धातु नाल बनया है ਉਹਦਾ अर्थ कह दिंदे कि जेड़ा समझांदा होवे या सानू अंधियारे तो उजाले की तरफ ले जांदा होवे। सो या अज्ञान तो अज्ञान नूं एक्चुअली जिहड़ा गुरु शब्द हैगा वो निगलना या समझाने दे नाल रिलेटेड है, यानी कि वो अज्ञान नूं खा जांदा है ते सिख नूं तत् ज्ञान समझाउंदा है, वो गुरु है। सो गुरु जिहड़ा हैगा गुरु दे असी अगे जाके इनू डिफाइन करेंगे, हाले खाली मैं मीनिंग दस रहा, नेक्स्ट टाइम डेफिनेशन आएगी गुरु की कि इत्थे गुरु का की मतलब है। गुरु जिहड़ा हैगा एनी इट मे नॉट बी अ पर्सन, इट कैन बी एनीथिंग विच इज गिविंग अस ज्ञान। ओके नाउ एक होर असी इत्थे एक गल करते हैं कि जिस तरह असी ये लाइन असी बहुत बारी पढ़ते हैं कि साडे जिहड़ा भी ज्ञान सानू मिलता है वो ज्ञान नू असी एक्सेप्ट करिए, पहला तो गुरु नू एक्सेप्ट करिए। गुरु सत मीन्स एक्सेप्टेंस, देन आ जाता सतगुरु मीन्स गुरु नू एक्सेप्ट करिए कि वो गुरु है। फिर असी अगे जावांगे कि गुर गुर की चीज है। सो असी जे गुर नू देखिए तो गुर इज द स्किल, इट इज द टेक्निक, इट इज नॉट सिनोनिम टू गुरु। गुर एक टेक्निक, जस्ट एक मिनट मेरे हो पावर बंद हो गई थी। गुर मीन स्किल, द स्किल गुरु इज गिविंग मी इज नोन एज गुर, जुगत जिन्हों कई कहते। नैक्सट आंदा हैगा उस जुगत नू मैं एक्सेप्ट कर रहा है कि वह गुरु तो आ रही है, ते सतगुर हुण अगे जाके असीं देखांगे इहदा की मतलब होया, किस तरह मैं एक्सेप्ट कर ली ते सतगुरु किस तरह बन गए। विल गो टू नैक्सट स्लाइड। हाले खाली असीं ओहदी मात्रा दी हिसाब नाल समझने। अगला आंदा हैगा जिथे गुरु लिखिया है और इहदे इत्थे तुसीं देखोगे कि इत्थे मीनिंग की चेंज हो जाता है। पहला वाला सी गुर जिहड़ा जुगत सी, जिद्दां ही ओहदे थल्ले अपनी औंकड़ लग गई, नाल ही ओहदा मीनिंग हुंदा कि इनू असी कंटम्पलेट करना या इनू असी पे अटेंशन करना, ध्यान देना। जदों असी इहदे च ध्यान देने, जिहड़ी टेक्निक आई है गुरु तो जिहड़ा गुर आया ओहदे उत्ते जे असी अटेंशन पे करिए उदों थल्ले औंकड़। सेम वे जे उन्होंने असी एक्सेप्ट करिए तो एक्सेप्ट करके ध्यान दईए, देन वी विल गो डीप इनटू इट, देन इट बिकम्स सतगुरु। हुण अगे चलने कि जिथे भी सियारी दी आंदी है
ਉਹਦਾ ਮਤਲਬ ਹੁੰਦਾ ਹੈ ਕਿ ਉਹ ਚੀਜ਼ ਮਨ ਦੇ ਅੰਦਰ ਵਸ ਗਈ। ਪਹਿਲਾਂ ਕੀ ਹੋਇਆ, ਹੁਣ ਲੈਟ ਅਸ ਗੋ ਫਰਮ ਸਟਾਰਟਿੰਗ। ਗੁਰੂ ਨੇ ਗੁਰ ਦਿੱਤਾ, ਗੁਰ ਵਾਜ਼ ਅ ਸਕਿੱਲ, ਜੁਗਤ। ਉਹ ਜੁਗਤ ਨੂੰ ਮੈਂ ਐਕਸੈਪਟ ਵੀ ਕੀਤਾ ਤੇ ਪਲੱਸ ਉਹ ਜੁਗਤ ਤੇ ਮੈਂ ਫੋਕਸ ਕਰਨਾ ਸ਼ੁਰੂ ਕਰ ਦਿੱਤਾ, ਉਹਦੇ ਤੇ ਫੋਕਸ ਕੀਤਾ ਤੇ ਹੁਣ ਉਹ ਮੇਰੇ ਅੰਦਰ ਚਲਾ ਗਿਆ ਤੇ ਉਹ ਸਤ ਗੁਰ ਬਣ ਗਿਆ। मैं एग्जाम्पल दांगा इत्थे क्योंकि थोड़ा डिफिकल्ट हो जाएगा नहीं तो समझना खाली थ्योरी नाल। एक एग्जाम्पल देना है गड्डी चलाने का। तो समझो गुरु इज माई इंस्ट्रक्टर, उन्हें मैनू गड्डी चलानी सिखा दी ते उन्हें की कीता, पहला तो मैं उन्होंने इंस्ट्रक्टर एक्सेप्ट कर लिया कि ही इज माई इंस्ट्रक्टर। दैन ही गेव मी सम इंस्ट्रक्शन विच वॉज गुर, मुक्ते वाला। सो वो जिहड़ी इंस्ट्रक्शनां दित्तियां, वो इंस्ट्रक्शन जे मैनू वो कमरे के अंदर बैठ के दे रहा है तो मैनू गड्डी आ जाएगी चलानी, नहीं आएगी। सो वो की कहना, मैनू गड्डी च लैके जाना है, जदों मैनू गड्डी च बिठांदा है तो मैनू कहता है कि चला, फिर वो मैनू इंस्ट्रक्शन देंदा, मैं गड्डी चलाना। उदों मैं फोकस करना है कि गड्डी कित्थे गेयर हैगी, कित्थे ब्रेक है, कित्थे मैं ब्रेक लगानी है, किन्नी स्पीड फड़नी है। उस चीज़ नू जिहड़ा है औंकड़ वाला है गुरु। जदों मैं इनू बड़ा ध्यान दिता तो की होया, जे समझो मैंने ड्राइविंग लाइसेंस मिल भी गया तो शुरू च जदों मैं गड्डी चलाना मैं बहुत ध्यान देना है, हर क्रॉसिंग का हर ध्यान देना है कि किते गलत ना हो जाए, स्पीड ते पूरा ध्यान देना है, बार बार चेक करना ब्रेक ते पैर हैगा कि नहीं मेरा, सब कुछ देखना है। आई पे टू मच अटेंशन। बट जदों मेरे मन के अंदर वस जाती है, आई डोंट हैव टू पे अटेंशन। मैं नाल बैठे बंदे नाल गल्लां करदे करदे भी गड्डी चलाना, मैं कुछ रेडियो ते सुनते हुए भी गड्डी चला लेना। उन्होंने कहते हैगा है सियारी वाला गुर, यानी कि वह टेक्निक मेरे अंदर वस गई और उदी सत दा मतलब एक्सेप्ट भी किया, एक्सेप्ट फॉर एवर। सो इट इज बीन एक्सेप्टेड फॉर एवर बिकॉज जे एक बारी मन के अंदर मेरे वस गई है। हुण मैनू तुसी कदों भी कहंदे हो, राती उठा के कहंदे चल गड्डी लैके चल, उदों भी मैं फोकस नहीं करना, मैनू आंदी है गड्डी चलानी, मेरा फोकस उत्थे हुंदा तुसी मैनू कित्थे लैके जा रहे हो, मेरा ध्यान गड्डी चलाने च उदों भी नहीं हुंदा बिकॉज ये मेरे अंदर वस गई। तो लेट अस गो टू द लास्ट वन। समझो मेरे अंदर इन्नी वस गई है कि हुण की हो रहा हैगा कि कोई मैनू कहंदा कि तू मैनू गड्डी सिखा दे, मेरा फैमिली मैंबर कहंदा मैनू तू गड्डी सिखा दे, मैं की कहांगा हाँ मैं तो 10 साल तो गड्डी चला रहा, मैनू आंदी चलानी। ਉਹਦਾ ਇਹ नहीं मतलब कि नाउ आई बिकम इंस्ट्रक्टर। ਇਹਦਾ मतलब यह है कि what instructor has told me, it has stayed in my mind, it has come into my behavior. So now I can also tell him Guru di Bani. So वो last Guru है ਜਿਹੜਾ ਉਹ ਹੈਗਾ, again it circle completes. So ਜਿਹੜੇ अंडरस्टैंडिंग इन्नी ज्यादा बढ़ गई है, इन्नी बढ़ गई है कि मैं हुण हर एक काम गुरु दे मुताबिक, इंस्ट्रक्शन दे मुताबिक ही करना, इस तो बाहर नहीं करता। हुण असी फिर वापस ये 3 असी देख लिया सी, हुण असी आने सतगुर, ये हैगा सियारी वाला। दैट इंस्ट्रक्शन वॉज गिवन टू मी एंड आई हैड अ डीप अंडरस्टैंडिंग। जदों आई प्रैक्टिकली डू इट, दैट इज कॉल्ड सतगुरु। इंप्लीमेंटेशन इज सतगुरु। सो जो गुरु नू मैं इंप्लीमेंट किस तरह कर लिया, गुरु नू मैं गुरु नू एक्सेप्ट ते कर लिया। मेरे वर्गा गुरुद्वारे जांदा है, ये भी एक फुल्ली एक्सेप्ट करदा कि जेड़े गुरु ने मेरे इंस्ट्रक्टर ने, गुरु ही मेरा जीवन चला रहा, मैं एक्सेप्ट कर रहा, बट मैं गुरु दी मानदा नहीं है। जदों प्रैक्टिकली गल आंदी है उदों मैं नहीं मानता, उदों मैं अपनी मारदा। इत्थे क्वेश्चन आंदा दूजे भाव दा। तो दूजे भाव मीन्स हैविंग योर आइडेंटिटी सेपरेट फ्रॉम गॉड। सो वंस योर आइडेंटिटी इज सेपरेट फ्रॉम गॉड, देन की गल हो जाती है, देन तुसी ये गल्लां करदे हैगे हो कि मैं मन गया गुरु नू, पर जदों प्रॉब्लम आंदी उदों मैं अपनी चलाना, गुरु दी नहीं मानता। दैट मीन्स आई एम नॉट इंप्लीमेंटिंग। I have accepted but I am not implementing. So ਜਦੋਂ ਅਸੀਂ implementation ਸ਼ੁਰੂ ਕਰਦੇ ਹਾਂ ਉਦੋਂ ਉਹਨੂੰ ਸਤਿਗੁਰੂ ਕਹਿੰਦੇ ਆ। ਫॉर एग्जांपल ਦੂਜੇ ਭਾਵ ਦੀ ਗੱਲ ਆਈ ਤਾਂ ਇੱਕ ਲਾਈਨ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਜਿਸ ਤਰ੍ਹਾਂ ਅਸੀਂ ਦੂਜਾ ਭਾਵ ਹੋਣ ਦੀ ਵਜ੍ਹਾ ਨਾਲ ਜਦੋਂ ਅਸੀਂ ਹੁਣ ਆਪਣੀ ਇੱਕ ਅਲੱਗ ਆਇਡੈਂਟੀਟੀ ਬਣਾਈ ਹੋਈ ਹੈ ਰੱਬ ਨਾਲੋਂ,
then ਅਸੀਂ ਹਰ ਇੱਕ ਚੀਜ਼ ਤੇ ਕਰਤਾ ਬਣ ਜਾਂਦੇ ਹਾਂ। ਮੈਂ ਕੀਤਾ, ਮੈਂ ਮਿਹਨਤ ਕੀਤੀ, ਮੈਂ ਬਿਜ਼ਨਸ ਖੜਾ ਕੀਤਾ, ਮੈਂ ਫਸਟ ਆਇਆ, ਮੈਂ ਕਮਾਈ ਕੀਤੀ। ਸੋ ਜਦੋਂ ਮੈਂ ਹੋ ਜਾਂਦਾ ਹੈ ਸ਼ੁਰੂ ਤੇ ਕਰਤਾ ਮੈਂ ਬਣ ਜਾਂਦਾ। ਤੇ ਹੁਣ ਉਹ ਕਹਿੰਦੇ ਕਿ ਕਿਉਂਕਿ ਦੂਜਾ ਭਾਵ ਹੈ ਤੇ ਇੱਕ ਕਰਤਾ ਰੱਬ ਹੈ, ਇੱਕ ਕਰਤਾ ਮੈਂ ਆ। ਮੈਂ ਬੜੀ ਮਿਹਨਤ ਕੀਤੀ, ਰੱਬ ਨੇ ਮੈਨੂੰ ਫਲ ਨਹੀਂ ਦਿੱਤਾ, ਯਾਨੀ ਕਿ ਦੋ ਕਰਤਾ ਨੇ। ਮੈਂ ਕਰਤਾ ਹੈਲਪ ਕਰ ਕੰਮ ਕਰਨ ਵਾਲਾ, ਤੇ ਰੱਬ ਦਾ ਕੰਮ ਸੀ ਮੈਨੂੰ ਫਲ ਦੇਣਾ, ਉਹਨੇ ਦਿੱਤਾ ਨਹੀਂ, ਯਾਨੀ ਕਿ ਮੈਂ ਆਪਣਾ ਕੰਮ ਕਰ ਲਿਆ, ਉਹਨੇ ਕੰਮ ਨਹੀਂ ਕੀਤਾ। ਇਹ ਸਾਡੀ ਸਟੇਟ ਹੈਗੀ ਹੈ ਕਰਤਾ ਦੀ। ਹੁਣ ਕਰਤਾ ਦੀ ਵੀ ਅਸੀਂ ਇੱਕ ਕਿਸਮ ਦੀ ਡੈਫੀਨੇਸ਼ਨ ਜੇ ਸਮਝ ਲਈਏ ਤੇ ਤੁਸੀਂ ਇਹ ਸਮਝ ਲਓ ਕਿ ਇੱਕ ਘੁਮਿਆਰ ਹੈ, ਉਹ ਭਾਂਡੇ ਬਣਾਉਂਦਾ, ਮਿੱਟੀ ਦੇ ਭਾਂਡੇ। ਮਿੱਟੀ ਦੇ ਭਾਂਡੇ ਬਣਾ ਕੇ ਉਹ ਬਾਜ਼ਾਰ 'ਚ ਵੇਚ ਦਿੰਦਾ। ਜਦੋਂ ਉਹ ਵੇਚਣ ਜਾਂਦਾ ਹੈ, ਉਹ ਮਿੱਟੀ ਦਾ ਭਾਂਡਾ ਕੋਈ ਖਰੀਦ ਲੈਂਦਾ। ਜਦੋਂ ਕੋਈ ਖਰੀਦ ਲੈਂਦਾ, ਉਹ ਭਾਂਡਾ ਲੈ ਕੇ ਕਿੱਥੇ ਜਾਂਦਾ ਹੈ ਘੁਮਿਆਰ ਨੂੰ ਨਹੀਂ ਪਤਾ। ਉਹ ਭਾਂਡਾ ਲੈ ਕੇ ਉਹਨੂੰ ਤੋੜ ਦਿੰਦਾ ਹੈ, ਉਹਨੂੰ ਯੂਜ਼ ਕਰਦਾ। ਕਿੰਨੇ ਦਿਨ ਉਹ ਭਾਂਡਾ ਠੀਕ ਰਿਹਾ, ਭਾਂਡਾ ਲੀਕ ਕੀਤਾ ਕਿ ਨਹੀਂ ਕੀਤਾ, ਘੁਮਿਆਰ ਨੂੰ ਨਹੀਂ ਪਤਾ। ਸੋ ਇਹ ਜਿਹੜਾ ਘੁਮਿਆਰ ਕਰਤਾ ਸੀ ਉਸ ਭਾਂਡੇ ਬਣਾਉਣ ਦਾ, ਬਟ ਮੁਸ਼ਕਿਲ ਇਹ ਹੈ ਕਿ ਉਹਨੂੰ ਫੋਲੋਅਪ ਨਹੀਂ ਕੋਈ ਵੀ ਹੈ। ਉਹਨੂੰ ਨਹੀਂ ਪਤਾ ਕਿ ਉਹਦੀ ਕਿਰਤ ਜਿਹੜੀ ਉਹਦਾ ਕੀ ਹੈ, ਕਿਉਂਕਿ ਉਹ ਕਿਰਤ ਦਾ ਵਾਲੀ ਵਾਰਸ ਨਹੀਂ ਬਣਿਆ, ਉਹਨੇ ਖਾਲੀ ਵੇਚਤਾ। ਕਰਤਾ ਪੁਰਖ ਜਦੋਂ ਸ਼ਬਦ ਆਉਂਦਾ ਸਾਡੇ ਇੱਥੇ, ਇਹੋ ਹੀ ਸਭ ਤੋਂ ਵੱਡਾ ਡਿਸਟੈਂਸ ਹੈ। ਅਸੀਂ ਸਾਰੇ ਕਰਤਾ ਬਣਨ ਲਈ ਤਿਆਰ ਹੈ। ਕਰਤਾ ਪੁਰਖ ਦਾ ਮਤਲਬ ਹੈਗਾ ਕਿ ਉਹ ਜਿਹੜਾ ਪੁਰਖ ਹੈ ਉਹ ਆਪਣੇ ਦੇ ਕਰਤੇ ਦੇ ਅੰਦਰ ਆਪਣਾ ਇੱਕ ਅੰਸ਼ ਛੱਡ ਜਾਂਦਾ। ਇਸ ਲਈ ਸਾਰੀ ਸ੍ਰਿਸ਼ਟੀ ਚਲਾ ਪਾ ਰਿਹਾ ਹੈ, ਕਿਉਂਕਿ ਸਭ ਦੇ ਅੰਦਰ ਉਹਦਾ ਅੰਸ਼ ਹੈ। ਜੇ ਸਾਨੂੰ ਬਣਾਇਆ ਹੈਗਾ, ਸਾਡਾ ਸਰੀਰ ਹੈ, ਸਾਡੇ ਅੰਦਰ ਵੀ ਉਹਦਾ ਅੰਸ਼ ਹੈ। ਸੋ ਜਦੋਂ ਸਾਡੇ ਅੰਦਰ ਵੀ ਉਹਦਾ ਅੰਸ਼ ਹੈਗਾ ਤਾਂ ਹੋਇਆ ਕਿ ਉਹ ਕਰਤਾ ਪੁਰਖ ਹੈ ਸਾਡੇ। ਅਸੀਂ ਆਪਣੇ ਕਰਤੇ ਦੇ ਅੰਦਰ ਆਪਣਾ ਇੱਕ ਪਾਰਟ ਨਹੀਂ ਪਾ ਸਕਦੇ। ਇਸ ਕਰਕੇ ਵੀ ਅਸੀਂ ਆਪਣੇ ਆਪ ਨੂੰ ਕਰਤਾ ਨਹੀਂ ਕਹਿ ਸਕਦੇ ਕਿ ਅਸੀਂ ਉਸ ਲੈਵਲ ਦੇ ਹਾਂ। ਸੋ ਅੱਗੇ ਜਾ ਕੇ ਅਸੀਂ ਜਿਸ ਤਰ੍ਹਾਂ ਦੇਖਾਂਗੇ, ਐਜ਼ ਦ ਅੰਡਰਸਟੈਂਡਿੰਗ ਵਿਲ ਗੋ ਡੀਪ, ਵਿਲ ਸੀ ਅਸੀਂ ਕੁਛ ਕਰਨ ਲਾਇਕ ਹੈ ਨਹੀਂ, ਕਰ ਉਹ ਹੀ ਰਿਹਾ। ਅਸੀਂ ਸਿਰਫ ਐਕਸੈਪਟ ਨਹੀਂ ਕਰ ਰਹੇ ਕਿ ਉਹ ਕਰ ਰਿਹਾ, ਸਾਨੂੰ ਹਮੇਸ਼ਾ ਲੱਗਦਾ ਅਸੀਂ ਕਰ ਰਹੇ। ਤਾਂ ਇਹ ਜਿਹੜੀ ਗੱਲ ਹੈਗੀ ਐਕਸੈਪਟੈਂਸ ਦੀ, ਉਹ ਇੰਪਲੀਮੈਂਟੇਸ਼ਨ ਵਿੱਚ ਵੀ ਆ ਜਾਣੀ ਚਾਹੀਦੀ। ਮੂੰਹ ਨਾਲ ਨਾ ਖਾਲੀ ਕਹੀਏ। ਉਹ ਮੁਕਤੇ ਵਾਲਾ ਸੱਚ ਸੀ ਜਦੋਂ ਅਸੀਂ ਐਕਸੈਪਟ ਕੀਤਾ ਸੀ। ਇਹ ਵਾਲਾ ਜਿਹੜਾ ਹੈਗਾ ਇਹ ਅਸੀਂ ਇੰਪਲੀਮੈਂਟੇਸ਼ਨ ਕਰਨ ਜਾ ਰਹੇ ਹਾਂ, ਯਾਨੀ ਕਿ ਗੁਰੂ ਨੂੰ ਐਕਚੁਅਲੀ ਮੰਨਿਆ ਤੇ ਗੁਰੂ ਦੀ ਮੰਨਣੀ ਸ਼ੁਰੂ ਕਰਤੀ। ਉਦੋਂ ਅਸੀਂ ਉਹਨੂੰ ਸਤਿਗੁਰੂ ਕਹਾਂ ਜਾਂ ਸਤਿਗੁਰ, ਉਹ ਵਾਲਾ ਇੰਸਟਰਕਸ਼ਨ ਉਹਦੇ ਉੱਤੇ ਅਸੀਂ ਚੱਲ ਰਹੇ ਹਾਂ, ਯਾਨੀ ਕਿ ਅਸੀਂ ਹੁਕਮ 'ਚ ਚੱਲਣਾ ਸ਼ੁਰੂ ਕਰ ਦਿੱਤਾ। ਉਦੋਂ ਉਹ ਸਤਿਗੁਰ ਹੋ ਜਾਂਦਾ। ਜੇ ਅਸੀਂ ਉਹਨੂੰ ਬਹੁਤ ਡੀਪਲੀ ਫੋਕਸ ਕਰਨਾ ਸ਼ੁਰੂ ਕੀਤਾ, ਰੋਜ਼ ਮੇਰੇ ਕੋਲੋਂ ਕਈ ਗਲਤੀਆਂ ਹੋਣਗੀਆਂ ਜਦੋਂ ਮੈਂ ਰੱਬ ਦੇ ਹੁਕਮ 'ਚ ਚੱਲਣਾ। ਮੈਂ ਅਲਗੈਲੀ ਕਰ ਜਾਣਾ ਕਿ ਚਲੋ ਠੀਕ ਹੈ, ਗੁਰਦੁਆਰੇ ਜਾਣਾ ਤੇ ਚੰਗੀ ਗੱਲ ਹੈ, ਪਰ ਬਿਜ਼ਨਸ ਦੇ ਅੰਦਰ ਤੇਰਾ ਫੇਰੀ ਜ਼ਰੂਰੀ ਹੈਗੀ, ਨਹੀਂ ਤੇ ਲੋਕ ਖਾ ਜਾਣਗੇ। ਦੈਟ ਮੀਨਸ ਕਿ ਮੈਂ ਪੂਰੀ ਤਰ੍ਹਾਂ ਸਤਿਗੁਰ ਦੀ ਗੱਲਾਂ ਨਹੀਂ ਕਰ ਸਕਦਾ, ਕਿਉਂਕਿ ਆਈ ਐਮ ਨਾਟ ਇੰਪਲੀਮੈਂਟਿੰਗ ਫੁੱਲੀ। ਉਸ ਤੋਂ ਬਾਅਦ ਆ ਜਾਂਦਾ ਬਟ ਇਫ ਆਈ ਫੋਕਸ ਕਿ ਠੀਕ ਹੈ, ਅੱਜ ਮੈਂ ਇਹ ਗੜਬੜ ਕੀਤੀ ਜਿਹੜੀ ਹੁਕਮ ਤੋਂ ਬਾਹਰ ਸੀ, ਰਾਤ ਨੂੰ ਆ ਕੇ ਸੋਚਣਾ ਹੈ, ਅਗਲੀ ਵਾਰੀ ਕੋਸ਼ਿਸ਼ ਕਰਨਾ ਗਲਤੀ ਨਾ ਹੋਵੇ। ਉਹਨੂੰ ਕਹਿੰਦੇ ਸਤਿਗੁਰ ਔਂਕੜ ਵਾਲਾ। ਔਰ ਜੇ ਇਹ ਮੇਰੇ ਅੰਦਰ ਵਸ ਜਾਵੇ, ਇਹੋ ਜਿਹਾ ਵਸ ਜਾਵੇ ਕਿ ਮੈਨੂੰ ਸੋਚਣਾ ਨਾ ਪਵੇ, ਉਹਨੂੰ ਕਹਿੰਦੇ ਹੈਗੇ ਆ ਸਤਿਗੁਰ ਸਿਆਰੀ ਵਾਲਾ। ਜਦੋਂ ਅਸੀਂ ਅਰਦਾਸ ਕਰਦੇ ਹਾਂ ਤੇ ਅਸੀਂ ਕਈ ਵਾਰੀ ਇਹ ਜਿਹੜੀ ਲਾਈਨ ਬੋਲਦੇ ਹਾਂ, ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਉਹ ਪਿਆਰੇ ਇਹੋ ਹੀ ਪਿਆਰੇ ਨੇ ਜਿਨ੍ਹਾਂ ਦੇ ਅੰਦਰ ਰਚਿਆ ਵਸਿਆ ਹੁਕਮ ਰਹਿੰਦਾ। ਜਿਹੜੇ ਲੋਕ ਅਸਲੀ 'ਚ ਸਤਿਗੁਰ ਸਮਝਦੇ ਨੇ, ਉਹ ਲੋਕ ਨੇ ਜਿਨ੍ਹਾਂ ਦੇ ਨਾਲ ਸਾਨੂੰ ਇੰਸਪੀਰੇਸ਼ਨ ਮਿਲੇਗੀ ਜਾਂ ਰਾਹ ਮਿਲੇਗੀ। ਤੇ ਸਹੀ ਪਿਆਰੇ ਮਿਲੋ, ਉਹ ਪਿਆਰੇ ਉਹ ਵਾਲੇ ਨੇ ਜਿਹੜੇ ਸਿਆਰੀ ਵਾਲੇ ਸਤਿਗੁਰ ਨੂੰ ਸਮਝਦੇ ਨੇ। ਉਸ ਤੋਂ ਬਾਅਦ ਜਿਹੜੇ ਉਹ ਸਤਿਗੁਰ ਨੂੰ ਸਮਝਦੇ ਨੇ, ਉਹ ਸਾਨੂੰ ਗੁਰੂ ਦੀ ਇੰਸਟਰਕਸ਼ਨ ਦੱਸ ਸਕਦੇ ਕਿ ਰੱਬ ਨੂੰ ਕਿਸ ਤਰ੍ਹਾਂ ਕਰਨਾ, ਇਹ ਉਹ ਸਾਡੀ ਅਗਵਾਈ ਵੀ ਕਰ ਸਕਦੇ ਨੇ। ਇਹਦੇ 'ਚ ਬਹੁਤ ਧਿਆਨ ਦੇਣਾ, ਉਹ ਰੱਬ ਨਹੀਂ ਨੇ। ਗੁਰੂ ਨੇ ਵੀ ਕਦੀ ਨਹੀਂ ਕਿਹਾ ਮੈਂ ਰੱਬ ਹਾਂ। ਹੀ ਇਜ਼ ਨਾਟ ਰੱਬ, ਹੀ ਇਜ਼ ਇੰਸਟਰਕਟਿੰਗ ਅਸ, ਯੂ ਕਨੈਕਟ ਵਿਦ ਗੋਡ, ਯੂ ਕਨੈਕਟ ਵਿਦ ਰੱਬ। ਤੇ ਇਹ ਜਿਹੜੇ ਸਹੀ ਪਿਆਰੇ ਮੇਲੋ ਕਿਉਂ ਹੈ, ਇਹ ਪਿਆਰਿਆਂ ਨੇ ਕੀ ਕਰਨਾ, ਅਸੀਂ ਕਿਉਂ ਮੇਲ ਕਰਨਾ ਚਾਹੁੰਦੇ ਹਾਂ, ਇਹ ਵੀ ਸਾਨੂੰ ਸੇਮ ਇੰਸਟਰਕਸ਼ਨ ਦੇਣਗੇ ਜਿਹੜੀ ਉਹਨਾਂ ਨੂੰ ਗੁਰੂ ਤੋਂ ਮਿਲੀ ਹੈ
कि तू रब वल चल। सो ये जिहड़ी इहो जे लोग होंदे उही सतगुर क्लेम कर सकते हैं। नाउ लेट अस सी फर्दर। हुण असी एक होर आया है जिथे कि थल्ले लगी हुई है सतगुर। हुण इहो जिहा सतगुर तुहानूं कदी नहीं मिलेगा जिहदे थल्ले तत्ते दे हेठां हौड़ा लगा, पूरी गुरबाणी नहीं मिलेगा। सो ये की होया, ये सारा लिख के कट दिता। ये होया की है कि ये वाला तुहानूं शब्द कदी नहीं मिलेगा जिथे सतगुर दे तत्ते दे हेठां औंकड़ लगी होवे। ये क्यों नहीं मिल रहा हैगा? इस करके नहीं मिल रहा हैगा क्योंकि जिथे असी इत्थे औंकड़ या सियारी या बियारी लिखा रहे हैं, सब दे पीछे इंस्ट्रक्शन इज टू फोकस और टू अंडरस्टैंड और टेक इट इन। सो इत्थे हर मात्रा का ग्रामेटिकल मीनिंग नहीं है, बट इंप्लीमेंटेशन का मीनिंग है या एक्शन का मीनिंग है। तो जदों असी सतगुरु कहते हैं, सतगुर कहने, तो साडी अटेंशन सत वाल नहीं रहनी है क्योंकि सत ते सत ही है। सो सानू अंडरस्टैंडिंग नू नहीं फोकस करना, असी गुर नू फोकस करना है। सो ये थोड़ा जिहा डिफिकल्ट। जस्ट अगेन आई विल से दैट व्हेन इट इज सतगुर, ते वी हैव टू वर्ड, सत एंड गुर। वी कैन आइदर फोकस ऑन गुर और वी कैन फोकस ऑन सत। हियर सत इज मीनिंग एक्सेप्टेंस। तो असी एक्सेप्टेंस नू दे उत्ते, वर्ड दे उत्ते थोड़ी फोकस करना है। एक्सेप्टेंस एक्सेप्टेंस है। वी आर गोइंग टू फोकस ऑन गुर। इसलिए जिहड़ी जिन्नी मात्रावां चेंज होण लईआं वो गुर ते चेंज होण लईआं, ना कि सत ते। इसलिए तुहानूं ये वाला नहीं मिलेगा। खाली वो वाला सत मिलिया सी जिहड़े सत ते बिहारी लगी सी, ओदा सियारी लगी सी। ओदा मतलब की हैगा सी? ओदा मतलब कि तुहानूं आ गया वापस। नाउ दिस इज द होल गैम्बिट विच आई टॉक्ड अबाउट। हियर यू विल सी कि ऑल ऑफ देम हैव सर्टन मीनिंग। पहला वाला गुर, गुर तो असी उन्होंने एक्सैप्ट किया सतगुर। उस तो बाद जदों दे ते इंप्लीमेंटेशन की ते सतगुर। एंड जे असी रो वाइज चलिए, पहला दी इंस्ट्रक्शंस, टेक्नीक, जुगत, जिन्हों असी एक्सैप्ट करके उहदे उत्ते चले। जुगत नूं जदों असी एक्सैप्ट किया, उस तो बाद जुगत दे उत्ते असी फोकस किया। फोकस करन तो बाद जुगत साडे अंदर हमेशा लई समा गई। इट बिकेम पार्ट ऑफ आवर बिहेवियर। वी डोंट हैव टू थिंक अबाउट इट। दैन वो सतगुर बनिया। नाउ इज द स्टेज जिहड़े कहंदे ना कि आप तरे अवरा तरावे, ये वो लोग ने। इसलिए हुण उन्हां दे अंदरों गुरु बोलदा है क्योंकि उन्होंने गुरु दी ही बाणी करनी, क्योंकि हुकम च ने। तो जिहड़ी चीज़ वो बोलते हैं वो हुक्म विचों ही हुंदी, बिकॉज उन्हां दी बिहेवियर च हुक्म च चलना बन गया। तो इहो जे जिहड़े लोग ने वो सतगुर ने। इस करके द सर्कल कंप्लीट्स। नाउ इफ वी गो फर्दर वी विल सी अगेन। आ तीन असी देखे सब दी डेफिनेशंस लिखांगे। सो पहला हाँ एक आस्पेक्ट असी समझना सी कि ये देखो ये गुर आया किधरों? एक गुर आया गुरबाणी तो। गुरु ने सानू जेड़ी इंस्ट्रक्शनां दित्तियां वो गुर किधरों आए? ये सारे दे सारे रब दे इंस्ट्रक्शन सी, रब दे शब्द सी। सो जे असी उहदे हिसाब नाल चलिए कि व्हाट इज बाणी, व्हाट इज शब्द। बाणी इज एक अलग क्लास भी ले सकते हैं, काफी कुछ हैगा कि व्हाट इज शब्द, व्हाट इज बाणी। एंड बट इत्थे खाली वन लाइन दसांगा। बाणी दा मतलब एक्सप्रेशन ऑफ गॉड in any form, expression of God in any form. Why I am saying expression, why not सीधा शब्द? Because for example मैं देना है, suppose तुसी कोई चीज़ किसी नू कहना चाहते हो, तुसी words use करोगे, दसोगे उन्हें मैनू आ चाहिए। Suppose तुसी गूंगे हो या तुहानू उहदी लैंग्वेज नहीं आती, you will use sign language, so तुसी हाथ घुमाओगे या तुसी अख नाल इशारा कर दोगे, वो समझ जाएगा कि की गल कर रहे या कित्थे इशारा कर रहे, केड़ी जगह देखना। So you see here जरूरी नहीं वर्ड यूज होए, बट सब जगह एक्सप्रेशन यूज हो गया कि सानू वो गल असी पहुंचा दी। सो बाणी इज दैट एक्सप्रेशन ऑफ गॉड। नाउ इट हैज बीन मैनिफेस्टेड थ्रू शब्द। सो द एक्सप्रेशन ऑफ गॉड
manifested through शब्द. So the शब्द ਦਾ ਮਤਲਬ ਅਸੀਂ ਚਲਾਂਗੇ ਇਹਦੇ ਉੱਤੇ ਡਿਸਕਸ਼ਨ ਹਾਲੇ ਲੰਬੀ ਨਹੀਂ ਖਿੱਚਾਂਗੇ, ਪਰ ਸ਼ਬਦ ਦੇ ਕਈ ਕੁਝ ਮਤਲਬ ਹੁੰਦੇ ਆ ਤੇ ਆਖਰੀ ਸ਼ਬਦ ਹੁੰਦੇ ਨੇ ਤੇ ਇੱਕ ਜਿਹੜੇ ਜਿਹਦਾ ਦੇ ਪਿੱਛੇ ਡੀਪ ਮੀਨਿੰਗ ਹੈ. ਸੋ ਉਹ ਅਸੀਂ ਗੱਲ ਫਿਰ ਕਦੀ ਕਰਾਂਗੇ. ਪਰ ਜਿਹੜੀ ਇਹ ਇਨਸਟਰਕਸ਼ਨ ਆਈਆਂ ਦਿਸ ਹੈਜ਼ ਕਮ ਫਰੋਮ ਗॉड. ਨਾਓ ਇਹ ਜਿੰਨਾ ਗੁਰ ਅਸੀਂ ਦੇਖ ਰਹੇ ਹਾਂ ਐਂਡ ਵਾਪਸ ਗੁਰੂ, the whole gambit is that this all thing has come from Guru. It is from Guru, and when we are expressing through ourselves, it is also Guru's words we are expressing. We are not expressing our word. We are expressing Guru's word. So Guru ਜਿਹੜਾ ਹੈ ਉਹ ਸਾਨੂੰ ਗੁਰਬਾਣੀ ਦੇ ਸ਼ਬਦ ਦੇ ਥਰੂ ਸਾਨੂੰ ਰੱਬ ਨਾਲ ਕਨੈਕਟ ਕਰਨ ਦੀ ਕੋਸ਼ਿਸ਼ ਕਰ ਰਿਹਾ. So all this Guru is coming from that side. Now see, ਇੱਥੇ ਕੀ ਹੈਗਾ ਕਿ ਇਟ ਇਜ਼ ਨਾਟ ਵਨ ਵੇ ਟਰੈਕ. ਨਹੀਂ ਤੇ ਮੇਰੇ ਵਰਗਾ ਬਹੁਤ ਈਜ਼ੀ ਹੈ, ਜਦੋਂ ਕਿਰਪਾ ਹੋਏਗੀ ਹੋ ਜਾਏਗਾ ਕੰਮ, ਜਦੋਂ ਆਣਾ ਹੋਏਗਾ ਸਮਝ ਆਣੀ ਹੋਏਗੀ ਆ ਜਾਏਗੀ. ਸੋ ਆਈ ਕੰਟੀਨਿਊ ਟੂ ਡੂ ਮਾਈ ਵਰਕ, ਬਟ ਦਿਸ ਇਜ਼ ਵਾਟ ਦ ਸਿੱਖ ਹੈਜ਼ ਟੂ ਡੂ. ਇਹ ਜਿਹੜਾ ਸਤਗੁਰ ਦਾ ਇਹ ਸਾਰਾ ਕੰਮ ਕਿਹਦਾ ਸੀ? ਇਹ ਤੇ ਕੰਮ ਮੇਰਾ ਸੀ ਨਾ ਇੰਪਲੀਮੈਂਟ ਕਰਨਾ. ਇਫ ਆਈ ਡੂ ਨਾਟ ਐਕਸੈਪਟ, ਮੈਂ ਆਪਣਾ ਇਹ ਕਦੋਂ ਹੋਏਗਾ? ਜਦੋਂ ਮੈਂ ਆਪਣੀ ਮੱਤ ਲਾਵਾਂਗਾ. मैं अपनी मत लाई, मैं नहीं एक्सेप्ट करता. तो जे एक्सेप्ट नहीं कर, हाले भी नहीं कर रहा, इंप्लीमेंटेशन नहीं हो रही मेरी. सो की हो रहा जे इंप्लीमेंटेशन नहीं हो रही यानी कि मेरी मत चल रही है. दूजा भाव तां ही मैं पहला कहा कि दूजा भाव बड़ा इंपॉर्टेंट है. मैं दूजे भाव च रह रहा इस टाइम. दूजे भाव च मेरी आइडेंटिटी अलग है. आई डू नॉट एक्सेप्ट और आई डू नॉट इंप्लीमेंट. तो ये रिस्पॉन्सिबिलिटी असी रब ते नहीं छड़नी. हालांकि सब कुछ रब की कृपा नाल होएगा, पर फिर भी ये साडी ड्यूटी हैगी है कि ਉਹਨੂੰ ਇੰਪਲੀਮੈਂਟ ਕਰਨਾ. ਤੇ ਫਸਟ ਕੀ ਹੈਗਾ ਕਿ ਉਹਨੂੰ ਸਤਿਕਾਰ ਮੰਨਣਾ ਤੇ ਉਹਨੂੰ ਇੰਪਲੀਮੈਂਟ ਕਰਨ ਦੀ ਕੋਈ ਗੁਰੂ ਤੋਂ ਲੈਣੀ ਇੰਸਟਰਕਸ਼ਨ. ਉਹ ਇੰਸਟਰਕਸ਼ਨ ਦੇ ਉੱਤੇ ਫੋਕਸ ਕਰਨਾ ਐਂਡ ਵਰਕ ਕਰਨਾ. ਵਨਸ ਯੂ ਵਰਕ ਔਨ ਦੈਟ, ਕੰਟੈਂਪਲੇਟ ਔਨ ਦੈਟ, ਪੇ ਅਟੈਂਸ਼ਨ ਟੂ ਦੈਟ, ਉਸ ਤੋਂ ਬਾਅਦ ਇੰਨੀ ਜ਼ਿਆਦਾ ਡੀਪਲੀ ਉਹਦੇ ਦੇ ਉੱਤੇ ਕੰਟੈਂਪਲੇਟ ਜਾਂ ਉਹਦੇ ਉੱਤੇ ਪ੍ਰੈਕਟਿਸ ਕਰਨੀ ਕਿ ਇਟ ਬਿਕਮਸ ਯੋਰ ਬਿਹੇਵੀਅਰ. ਇਹ ਸਾਰਾ ਕੰਮ ਇੱਕ ਸਿੱਖ ਦਾ ਹੈਗਾ ਸੀ. तो जो सतगुर असी कहने हैं, ये सिख वालों कहा जा रहा है सतगुर. तो सिख दी रिस्पॉन्सिबिलिटी है जे ये वर्ड बोल रहा है तो कि वो चीज़ इंप्लीमेंट इन्हें की अपने आप के नहीं की. सो जो असी गुरबानी पढ़ांगे उहदे शब्द आंदे ही ना साडे कोल उस टाइम दिमाग च आ जाना चाहिए कि एम आई डूइंग इट. मैं पढ़ते रहा है गुरबानी, उहदे सतगुर शब्द ते आ गया, मैं तो उन्होंने गुरु दे नाल मतलब सिनोनिम गुरु का बना के अगे चल जाता सी हर टाइम. पर थले मीनिंग तुसी देखोगे ना हर जगह मीनिंग गुरु ही लिखा होगा. सो इस करके की है मेरे लिए बड़ा ईजी सी. हाँ ਇਹਦਾ मीनिंग तो हैगा गुरु. सो unconsciously I was shrugging my responsibility or I was unaware of my responsibility when I read a shabad with Satgur and I do not implement. That means unconsciously or consciously I am मैं पीछा छुड़ा रहा कि मैं गुरबाणी पढ़ ली, मैं सवेरे पाठ कर लिया, बट व्हेन आई रेड दिस लाइन आई डिड नॉट इंप्लीमेंट और इवन थॉट ऑफ इंप्लीमेंटिंग. तो इस करके जदों असी ये सारी गल कीती असी आ सन मैनू करना सी, इंप्लीमेंट करना सी. विचकार वाला सतगुरु दी मैं डेफिनेशन हाले विचकारों क्यों कट दिता? बिकॉज दैट इज ओनली एक्सेप्टेंस. इंप्लीमेंटेशन ते ज्यादा फोकस, क्योंकि अल्टीमेटली इंप्लीमेंटेशन इज वेयर द एक्शन विल कम. सो लेट अस टेक दीज टू कॉलम्स, गुरु एंड सतगुरु. सो हियर आई विल गो वन बाय डेफिनेशन. सो गुरु एज आई सेड इज नॉट अ पर्सन. जरूरी नहीं है कि कोई पर्सन हो या कोई ह्यूमन बीइंग हो. क्यों नहीं पर्सन ह्यूमन बीइंग हो सकता? वो इस करके नहीं हो सकता बिकॉज हर जगह लिखा गुरु जेड़ा है वो सदा रहिंदा. कोई बंदा सदा नहीं रहता. फिर किस तरह होएगा? दूसरी गल, दी पर्सन कैन बी अ गुरु इफ जस्ट सॉरी a person or human being can be a guru if he learns the words of the God and shows that path to others. यानी कि अपनी नहीं, गुरु दी इंस्ट्रक्शन दे रहा है. सो दैट कैन बी अ
person, but ਸਾਡੇ ਇੱਥੇ ਕਿਹਨੂੰ ਗੁਰੂ ਕਿਹਾ ਗਿਆ ਹੈ? ਬਾਣੀ ਨੂੰ। ਬਾਣੀ ਦੇ ਅੰਦਰ ਜਦੋਂ ਸਾਨੂੰ ਗੁਰੂ ਕਿਹਾ ਗਿਆ ਹੈ, ਇਹਦਾ ਮਤਲਬ ਕਿ ਇੰਸਟਰਕਸ਼ਨਾਂ ਉਹਦੇ ਥਰੂ ਆਉਣੀਆਂ ਹੈ। ਸੋ ਸਾਡੇ ਲਈ ਇਸ ਟਾਈਮ ਗੁਰੂ ਕੌਣ ਹੈ? ਗੁਰੂ ਇਜ਼ ਗੁਰੂ ਗ੍ਰੰਥ ਸਾਹਿਬ। ਸੋ instructions ਉਧਰੋਂ ਆਣੀਆਂ। So the person, now let us see the definition, broad definition, instead of guru as a person. Anything, any place where the instructions are coming, which are the instructions of the God, is known as guru. So ਇਸ ਲਈ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ, ਕਿਉਂਕਿ these are the words of God, ਔਰ ਰੱਬ ਦੇ ਇੰਸਟਰਕਸ਼ਨਸ ਨੇ ਜਿਹੜੀ ਉਹ ਸਾਨੂੰ ਦੇ ਰਹੇ ਨੇ। ਇਸ ਲਈ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਹੋ ਗਏ। ਹੁਣ ਉਹ ਸਾਨੂੰ ਗੁਰ ਸਿਖਾਉਂਦੇ ਨੇ। ਗੁਰ ਕੀ ਸੀ? ਅੰਡਰਸਟੈਂਡਿੰਗ ਐਂਡ ਐਕਸੈਪਟਡ ਬਾਈ ਮਾਈਂਡ ਫॉर एवर ਐਂਡ ਟੂ ਲਿਵ ਵਿਦ ਇਟ। ਨਾਓ ਆਈ ਐਮ ਕੰਬਾਈਨਿੰਗ ਟੂ ਥਿੰਗ ਟੂਗੇਦਰ ਕਿ ਪਹਿਲਾਂ ਅੰਡਰਸਟੈਂਡਿੰਗ ਹੋਣੀ ਸੀ ਤੇ ਅੱਗੇ ਉਹਨੂੰ ਐਕਸੈਪਟ ਵੀ ਅਸੀਂ ਕਰਨਾ ਸੀ। ਐਂਡ ਟੂ ਲਿਵ ਵਿਦ ਇਟ, ਲਿਵ ਵਿਦ ਇਟ ਮੈਂ ਤਾਂ ਕੀਤਾ ਹੈ ਸੋ ਦੈਟ we know back of the mind कि ultimately we have to live with it, otherwise कोई फायदा नहीं। अगला देखिए औंकड़ वाला, it is understanding focus, as I said that we have to focus on that। next is सियारी वाला, understanding when it settles within, when I have totally understood, when it becomes part of my behavior। so these are the definitions। and ਹੁਣ ਅਸੀਂ ਵਾਪਸ ਚਲੀਏ ਤੇ ਤੁਸੀਂ ਦੇਖੋਗੇ ਡੈਫੀਨੇਸ਼ਨ 'ਚ ਬਹੁਤ ਘੱਟ ਫਰਕ ਰਹਿ ਗਿਆ। I am not talking about ਸਤ with ਮੁਕਤਾ, I am taking ਸਿੱਧਾ ਸਤ with ਸਿਆਰੀ। so Satgur, when understanding accepted my mind forever, and when accept forever and refer to understanding forever। ਹੁਣ ਇੱਥੇ ਦੇਖੋ ਡੈਫੀਨੇਸ਼ਨ ਮੈਂ ਕਿਹਾ ਸੀ ਥੋੜਾ ਡਿਫਰ ਕਰੇਗਾ, ਉਦੋਂ ਮੈਂ मीनिंग ब्रॉड ਸਮਝਾਈ ਸੀ। see, the old one is when understanding is accepted by mind forever। for example, मैं वही एग्जाम्पल वापस ले लेना। कार इंस्ट्रक्टर, ਜਦੋਂ ਮੈਨੂੰ ਕਾਰ ਇੰਸਟਰਕਟਰ ਨੇ ਖਾਲੀ ਕਮਰੇ 'ਚ ਬੈਠ ਕੇ ਸਾਰਾ ਕਾਰ ਚਲਾਣਾ ਦੱਸਿਆ ਸੀ, ਇਦਾਂ ਗੇਅਰ ਹੁੰਦੀ ਉਹ ਹੁੰਦੀ, ਮੈਨੂੰ ਉਹਦੇ 'ਚੋਂ 50% ਯਾਦ ਰਹਿ ਗਿਆ ਸੀ। ਮੈਨੂੰ ਨਹੀਂ ਯਾਦ ਸੀ ਕਿ ਉਹਨੇ ਕੀ ਦੱਸਿਆ। ਉਹਨੇ ਆਪਣੀ ਵੱਲੋਂ ਸਭ ਦੱਸਿਆ ਪਰ ਮੈਨੂੰ ਪੂਰਾ ਯਾਦ ਨਹੀਂ ਰਿਹਾ। ਸੇ 50% ਯਾਦ ਰਿਹਾ ਕਿੱਦਾਂ ਕਿ ਕਿੱਥੇ ਗੇਅਰ ਹੁੰਦੀ ਤੇ ਕਿਹੜਾ ਬਟਨ ਦਬਾਉਣਾ ਕੀ ਕਰਨਾ। ਬਟ ਜਦੋਂ ਅੰਡਰਸਟੈਂਡਿੰਗ ਸੈਟਲ ਡਾਊਨ ਫॉर एवर, ਜਦੋਂ when the mind accepts forever and refers to that understanding, ਜਦੋਂ ਮੈਂ ਫੋਕਸ ਕੀਤਾ ਉਦੋਂ ਮੈਂ ਧਿਆਨ ਦੇਣਾ ਸ਼ੁਰੂ ਕੀਤਾ। ਅੱਛਾ ਇੰਸਟਰਕਟਰ ਨੇ ਤੇ ਇਹ ਵੀ ਕਿਹਾ ਸੀ, ਅੱਛਾ ਇੰਸਟਰਕਟਰ ਨੇ ਤੇ ਉਹ ਵੀ ਕਿਹਾ, ਕਿਉਂਕਿ ਹੁਣ ਮੈਂ ਕਾਰ ਦੇ ਅੰਦਰ ਬੈਠਾ, ਹੁਣ ਮੈਨੂੰ ਉਹ ਸਵਿਚ ਦੀ ਲੋੜ ਪੈ ਰਹੀ ਹੈ। ਜਦੋਂ ਸਵਿਚ ਮੇਰੇ ਸਾਹਮਣੇ ਆ ਗਿਆ ਉਦੋਂ ਮੈਨੂੰ ਪਤਾ ਲੱਗਾ ਹਾਂ ਉਹਨੇ ਕੁਝ ਦੱਸਿਆ ਤੇ ਸੀ ਇਸ ਸਵਿਚ ਦੇ ਬਾਰੇ, which I forgot। so in second stage practicality ਦੀ implementation ਦੀ second stage I am focusing on this and I am referring back ਜਿਹੜਾ ਮੈਨੂੰ ਗੁਰ ਦਿੱਤਾ ਗਿਆ ਉਹਦੇ ਉੱਤੇ। ਥਰਡ ਵਿੱਚ ਅਸੀਂ ਦੇਖੀਏ when understanding settle down forever। ਇਹ ਬਹੁਤ ਹੀ important slide ਹੈ। when understanding settles down forever and the mind starts obeying God within। ਕਿਉਂ? ਕਿਉਂਕਿ ਸਾਡੇ ਬਿਹੇਵੀਅਰ 'ਚ ਆ ਗਿਆ। ਇਮੈਜਿਨ ਕਰੋ ਕਿ ਰੱਬ ਦੀ ਇੰਸਟਰਕਸ਼ਨ ਜਾਂ ਰੱਬ ਦਾ ਗੁਰ ਸਾਡੇ ਅੰਦਰ, ਸਾਡੇ ਮਨ ਦੇ ਅੰਦਰ ਵਸ ਜਾਏ। ਜੇ ਉਹ ਵਿਦਿਨ ਅੰਦਰ ਵਸ ਜਾਏ ਤੇ ਦੂਜਾ ਪਾਓ ਖਤਮ, ਦੂਜਾ ਪਾਓ ਖਤਮ, ਬਿਕੋਜ਼ ਮੈਂ ਮਰ ਜਾਵਾਂਗਾ ਉਦੋਂ, ਕਿਉਂਕਿ ਮੇਰੀ ਇੰਸਟਰਕਸ਼ਨ ਨਹੀਂ ਹੈ ਕੋਈ ਬੋਡੀ ਨੂੰ, ਮਨ ਨੂੰ ਕੋਈ ਇੰਸਟਰਕਸ਼ਨ ਨਹੀਂ। ਪਹਿਲਾਂ ਵੀ ਕੋਈ ਗੱਲ ਕੀਤੀ ਸੀ, ਸਾਡੀ ਜਿਹੜੀ ਸਾਡੀ ਹੋਂਦ ਹੈ ਉਹ ਤਿੰਨ ਚੀਜ਼ਾਂ 'ਚ ਹੈਗੀ ਹੈ, ਸੋਲ, ਮਨ, ਆਤਮਾ, ਮਨ ਤੇ ਸਰੀਰ। ਸਰੀਰ ਨਾਸ਼ਵਾਨ, ਜਿਹੜੀ ਆਤਮਾ ਹੈ ਉਹ ਰੱਬ ਦਾ ਅੰਸ਼, ਤੇ ਜਿਹੜੀ ਸੋਲ ਹੈ ਉਹ ਰੱਬ ਦਾ ਅੰਸ਼, ਜਿਹੜਾ ਮਨ ਹੈ ਉਹ ਸਾਡਾ। ਹੁਣ ਮਨ ਨੂੰ ਸਾਰੀ ਇੰਸਟਰਕਸ਼ਨ ਦਿੱਤੀ ਜਾ ਰਹੀ ਹੈ। ਹੁਣ ਜਦੋਂ ਮਨ ਚੁੱਪ ਕਰ ਜਾਏਗਾ ਤੇ ਜਿਹੜੀ ਸੋਲ ਹੈਗੀ ਸੀ, ਆਤਮਾ ਸੀ, ਜਿਹੜਾ ਰੱਬ ਦਾ ਰੂਪ ਸਾਡੇ ਅੰਦਰ ਸੀ, ਉਹਦੀ ਸੁਣਨ ਲੱਗ ਪਏਗਾ। ਤੇ ਹੁਣ ਜੋ ਮੈਂ ਬੋਲਾਂਗਾ, ਜੋ ਮੈਂ ਕਰਾਂਗਾ, that will be in ਰੱਬ ਦੇ ਹੁਕਮ 'ਚ। so I will start obeying the words of God, I will start obeying the ਹੁਕਮ, I will not get out of the ਹੁਕਮ, because ਮੇਰਾ ਆਪਾ ਮਰ ਜਾਏਗਾ। so ਜਿਹੜਾ ਸੀ ਕਿ
जीवत्या मरण वाली गल सी, ਉਹੀ ਹੀ ਗੱਲ ਹੋ ਰਹੀ ਸੀ। ਇਸੇ ਕਰਕੇ ਇਹ ਜਿਹੜਾ ਸ਼ਬਦ ਹੈ ਬਹੁਤ ਇੰਪੋਰਟੈਂਟ ਹੈ। ਇਹ ਉਹਨਾਂ ਲਈ ਹੈ ਜਿਹੜੇ ਹਰ ਟਾਈਮ ਰੱਬ ਦੇ ਭਾਣੇ 'ਚ ਚੱਲਦੇ। ਤੇ ਸਾਨੂੰ ਅਸੀਂ ਅੱਗੇ ਐਗਜ਼ਾਮਪਲ ਲਾਂਗੇ ਤੇ ਅਸੀਂ, ਮੈਂ ਹੈਰਾਨ ਹੋ ਜਾਂਦਾ ਦੇਖ ਕੇ ਕਿ ਸਾਨੂੰ ਤਾਂ ਕਲੀਅਰ ਕੱਟ ਇੰਸਟਰਕਸ਼ਨ ਦਿੱਤੀ ਜਾ ਰਹੀ ਹੈ। ਹਰ ਜਗ੍ਹਾ ਜ਼ਰੂਰੀ ਨਹੀਂ ਸ਼ਬਦ ਆਏ ਕਿ ਜੀਵਤਿਆਂ ਮਰੋ, ਹਰ ਜਗ੍ਹਾ ਜ਼ਰੂਰੀ ਨਹੀਂ ਹੈ ਸ਼ਬਦ ਆਵੇ ਕਿ ਹੁਕਮ 'ਚ ਚੱਲਣਾ। ਜੇ ਮੈਂ ਸਤਗੁਰ ਸਿਆਰੀ ਵਾਲਾ ਦੇਖ ਲਾਂਗਾ ਤਾਂ ਹੁਣ ਮੇਰੇ ਮਨ 'ਚ ਆਏਗਾ ਉਹ ਇਹ ਤੇ ਉਹ ਵਾਲੀ ਸਟੇਜ ਦੀ ਗੱਲ ਕਰ ਰਹੀ ਜਿੱਥੇ ਆਪਾ ਮੇਰਾ ਮਰ ਗਿਆ ਤੇ ਮੈਂ ਫੁੱਲੀ ਹੁਕਮ ਦੇ ਅੰਦਰ ਹੈ। ਤੇ ਜਦੋਂ ਮੈਂ ਉਹ ਲਾਈਨ ਸ਼ਬਦ ਦੀ ਪੜਾਂਗਾ ਤੇ ਮੇਰੇ ਅੰਦਰ ਉਹ ਭਾਵ ਆ ਜਾਣਾ ਚਾਹੀਦਾ ਕਿ am I doing it or I have to reach here, so it will become my destination. So ਜਦੋਂ ਇਹ ਸ਼ਬਦ 'ਚ ਇਹ ਵਾਲਾ ਵਰਡ ਆਏਗਾ ਤਾਂ meaning of the ਸ਼ਬਦ will change, it becomes my destination. So that ਸ਼ਬਦ ਮੈਂ ਕਹਾਂਗਾ ਅੱਛਾ this is the ultimate where I have to reach. So now ਜਦੋਂ ਲਾਸਟ ਵਿੱਚ ਆਇਆ ਜਿਹੜਾ ਮੈਂ ਕਿਹਾ ਲਾਸਟ ਵਾਲਾ ਸਤਗੁਰ ਸੀ ਉਹ ਇਹੋ ਹੀ ਹੈ when Lord's expression starts coming from within. ਹੁਣ ਕਿਉਂਕਿ ਮੇਰਾ ਆਪਾ ਮਰ ਗਿਆ ਤੇ ਮੇਰੇ ਅੰਦਰੋਂ ਜਿਹੜਾ ਸ਼ਬਦ ਨਿਕਲ ਰਿਹਾ, ਜਿਹੜੇ ਮੇਰੇ ਐਕਸ਼ਨ ਹੋ ਰਹੇ ਉਹ ਸਾਰੇ ਐਕਸ਼ਨ ਰੱਬ ਦੇ ਨੇ ਕਿਉਂਕਿ ਹੁਕਮ ਚੱਲ ਰਿਹਾ। तो ਜਿਹੜੀ ਚੀਜ਼ ਜੇ ਮੈਂ ਕੁਝ ਬੋਲ ਵੀ ਰਿਹਾ ਹਾਂ ਤਾਂ ਮੈਂ ਨਹੀਂ ਬੋਲ ਰਿਹਾ, ਰੱਬ ਬੁਲਵਾ ਰਿਹਾ ਹੈ ਤਾਂ ਮੈਂ ਬੋਲ ਰਿਹਾ। ਜੇ ਮੈਂ ਕੁਝ ਕਰਾਂਗਾ ਉਹ ਮੈਂ ਨਹੀਂ ਕਰ ਰਿਹਾ, ਰੱਬ ਕਰਵਾ ਰਿਹਾ ਤਾਂ ਮੈਂ ਕਰ ਰਿਹਾ। ਬਲਕਿ ਇੱਥੇ ਤੱਕ ਲਿਖਿਆ ਹੈ ਕਿ ਜਿਹੜੇ ਲੋਕ ਇਸ ਸਟੇਜ ਹੁੰਦੇ ਤੇ ਉਹਨਾਂ ਦੇ ਸਾਰੇ ਕਰਮ ਦੇ ਲੇਖੇ ਨਹੀਂ ਲਿਖੇ ਜਾਂਦੇ, ਲੇਖੇ ਫਾੜ ਦਿੱਤੇ ਜਾਂਦੇ ਕਿਉਂਕਿ ਉਹ ਨਹੀਂ ਕਰ ਰਹੇ ਹੁੰਦੇ। ਜਿਹੜਾ ਵੀ ਕੰਮ ਉਹਨਾਂ ਕੋਲੋਂ ਅਣਜਾਣੇ ਵਿੱਚ ਵੀ ਕੁਝ ਇਹੋ ਜਿਹਾ ਕੰਮ ਹੋ ਜਾਏ ਤਾਂ ਉਹਦੇ ਲੇਖੇ ਫਾੜ ਦਿੱਤੇ ਜਾਂਦੇ ਨੇ। ਕਿਉਂ? ਕਿਉਂਕਿ ਉਹ ਨਹੀਂ ਕਰ ਰਹੇ, ਉਹਨਾਂ ਦੇ ਅੰਦਰੋਂ ਰੱਬ ਕਰਵਾ ਰਿਹਾ। ਸੋ ਮੈਂ ਤੇ ਹੈਰਾਨ ਹੋ ਜਾਣਾ ਸਾਡੀ ਗੁਰਬਾਣੀ ਦੇ ਅੰਦਰ ਕਿੰਨੀ ਕਲੀਅਰ ਕੱਟ ਇੰਸਟਰਕਸ਼ਨਸ ਨੇ ਹਰ ਸਟੇਜ ਦੀਆਂ। ਅਸੀਂ ਅੱਗੇ ਦੇਖਾਂਗੇ ਐਗਜ਼ਾਮਪਲ, ਸਾਨੂੰ ਪਤਾ ਲੱਗੇਗਾ ਹਰ ਸਟੇਜ ਦੇ ਅੰਦਰ ਸਾਨੂੰ ਇੰਸਟਰਕਸ਼ਨ ਹੈ ਕਦੋਂ ਅਸੀਂ ਉਹਦੇ 'ਚ ਫੋਕਸ ਕਰਨਾ, ਕਦੋਂ ਅਸੀਂ ਉਹਨੂੰ ਟੈਕਨੀਕ ਸਮਝਣੀ ਹੈ, ਕਿਹੜੀ ਜਗ੍ਹਾ ਤੇ ਅਸੀਂ ਉਹਨੂੰ ਇੰਨਾ ਇੰਪਲੀਮੈਂਟ ਕਰ ਲੈਣਾ ਕਿ ਸਾਡੇ ਸੁਭਾਅ 'ਚ ਆ। ਹੁਣ ਅਸੀਂ ਆਨੇ ਜਸਟ ਮੈਂ ਇੱਕ ਫਾਸਟ ਚੱਲਾਂਗਾ ਥੋੜਾ ਕਿਉਂਕਿ ਸਮਾਂ ਥੋੜਾ ਰਹਿ ਗਿਆ। ਅਸੀਂ ਜਿਸ ਤਰ੍ਹਾਂ ਦੇਖੀਏ ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ, ਗੁਰੂ ਦਾ ਵਿਚਾਰ ਕਰੋਗੇ ਤੇ ਨਹੀਂ ਤਰ ਜਾਓਗੇ ਕਿ ਮੈਂ ਆਪਣੇ ਦਿਮਾਗ ਦੇ ਅੰਦਰ ਰੱਬ ਦੀ ਫੋਟੋ ਜਾਂ ਰੱਬ ਦਾ ਖਿਆਲ ਲਾਵਾਂ ਤਾਂ ਮੈਂ ਤਰ ਜਾਵਾਂਗਾ। ਗੁਰ ਵਿਚਾਰ, ਜਿਹੜੀ ਗੁਰ ਮੈਨੂੰ ਰੱਬ ਨੇ ਦਿੱਤੀ ਸੀ, ਜਿਹੜੀ ਸਿੱਖ ਦਿੱਤੀ ਸੀ, ਜਿਹੜੀ ਜੁਗਤ ਦਿੱਤੀ ਸੀ, ਉਹੀ ਉਹਦਾ ਜੇ ਵਿਚਾਰ ਜੇ ਮੈਂ ਉਹ ਜੁਗਤ ਧਿਆਨ ਨਾਲ ਯਾਦ ਕੀਤੀ, ਉਹ ਸਮਝੀ ਹੈ, ਉਹ ਮੈਨੂੰ ਤਰਾਏਗੀ, ਉਹ ਇੰਸਟਰਕਸ਼ਨ ਤਰਾਣਗੀਆਂ ਮੈਨੂੰ। ਇੱਕ ਹੋਰ ਐਗਜ਼ਾਮਪਲ ਲੈਣੇ ਨਾਨਕ ਮਨ ਸਮਝਾਈਏ ਗੁਰ ਕੇ ਸ਼ਬਦ ਤਲਾ। ਠੀਕ ਹੈ, ਹੁਣ ਦੇਖੋ ਗੁਰ ਕੇ ਸ਼ਬਦ, ਉਹ ਇੰਸਟਰਕਸ਼ਨ ਦੇ ਵਰਡਿੰਗਸ ਯਾਦ ਹੋਣੇ ਚਾਹੀਦੇ ਕਿ ਕੀ ਇੰਸਟਰਕਸ਼ਨ ਦਿੱਤੀਆਂ ਗਈਆਂ ਸੀ। ਇਹ ਤਾਂ ਹੀ ਯਾਦ ਹੋਏਗਾ ਜਦੋਂ ਅਸੀਂ ਉਹਦੇ ਉੱਤੇ ਫੋਕਸ ਕਰਕੇ ਆਪਣੇ ਮਨ 'ਚ ਬਿਠਾਇਆ ਹੋਏਗਾ। ਕਿਉਂਕਿ ਫੋਰ ਐਗਜ਼ਾਮਪਲ ਮੈਂ ਸਰਜਰੀ ਕਰ ਰਿਹਾ, ਮੈਂ ਆਪਰੇਟ ਕਰ ਰਿਹਾ, ਹੁਣ ਮੈਂ ਕਿ ਉਦੋਂ ਰੈਫਰ ਕਰਨ ਜਾਵਾਂਗਾ ਜੇ ਮੈਨੂੰ ਸਰਜਰੀ 'ਚ ਕੋਈ ਪ੍ਰੋਬਲਮ ਆ ਰਹੀ ਹੈ ਤੇ ਮੈਂ ਰੈਫਰ ਕਰਨ ਤੇ ਨਹੀਂ ਬੁੱਕ ਖੋਲ ਕੇ ਬਹਿ ਜਾਵਾਂਗਾ ਉੱਥੇ। ਜਿਹੜੀ ਮੇਰੇ ਅੰਦਰ ਵਸੀ ਹੋਏਗੀ ਉਹੀ ਯਾਦ ਆਈ ਉਸ ਟਾਈਮ ਕਿ ਇਸ ਕੰਡੀਸ਼ਨ 'ਚ ਕੀ ਕਰਨਾ ਹੈ। ਸੋ ਸਿਮਿਲਰਲੀ ਜਿਹੜਾ ਗੁਰ ਹੈ ਉਹ ਜੇ ਅਸੀਂ ਸਾਡੇ ਅੰਦਰ ਹੈਗਾ ਤੇ ਉਹਨੇ ਹੀ ਪਾਰ ਲਗਾਉਣਾ ਹੈ ਸਾਨੂੰ। दूसरा गुर, ये जरा डीप अंडरस्टैंडिंग वाला, ਇਹਦੇ ਅੰਦਰ ਅਸੀਂ ਕਿ ਇਹ ਇੱਕ ਐਗਜ਼ਾਮਪਲ ਲੈ ਲੈਨੇ ਕਿ ਇਹ ਕਹਿੰਦੇ ਨਾਨਕ ਗੁਰ ਸਲਾਹੀ ਆਪਣਾ ਜਿੰਦ ਪਾਈ ਪ੍ਰਭ ਸੋਈ। ਹੁਣ ਇੱਥੇ ਕੀ ਹੈਗਾ ਕਿ ਸਲਾਹ ਕਿਹਦੀ ਕਰਨੀ ਹੈ। ਇੱਥੇ ਅਸੀਂ ਬੜੇ ਆਰਾਮ ਨਾਲ ਹਰ ਜਗ੍ਹਾ ਤੇ ਲਿਖਦੇ ਨੇ ਗੁਰੂ ਦੀ ਸਲਾਹ ਕਰਨੀ ਸੀ। ਸਲਾਹੀ ਦਾ ਇਹ ਵੀ ਮਤਲਬ ਹੈਗਾ ਕਿ ਸਲਾਹ ਕਰਨੀ, ਵੱਡ ਯੂ ਸਲਾਹ ਕਰਨੀ ਕਿ ਆਓ ਜੀ ਸਲਾਹ ਕਰੀਏ ਦਾ ਕੀ ਮਤਲਬ ਹੁੰਦਾ। ਸਲਾਹ ਮੀਨਸ डिस्कशन क्यों कर रहे हैं? टू अंडरस्टैंड डीपली, इसलिए भी डिस्कस। तो सलाहिए दा दो मीनिंग, एक हैगा कि प्रेज करना, एक हैगा कि अंडरस्टैंड करना। सो इत्थे डीपली अंडरस्टैंड करना ਉਹਦੀ ਗੱਲ ਹੋ ਰਹੀ ਹੈ। ਇਸ ਕਰਕੇ ਇਹਦੇ ਥੱਲੇ ਔਕੜ ਲੱਗੀ ਹੋਈ ਹੈ।
नाउ बहुत सारे एग्जाम्पल ने, मैं इसलिए थोड़ा फास्ट जा रहा, एक एग्जाम्पल ले रहे हैं ताकि समय घट है। हुण आंदा है कि जिथे अंडरस्टैंडिंग अंदर आ गई है कंप्लीट, देखो नानक औगुण विसरे, औगुण सारे चले गए, गुर राखे पत ताए, गुर राखे, क्योंकि उन अंडरस्टैंडिंग इतनी डीप हो गई है कि इट इज इन माय बिहेवियर। सो व्हाट इज हैपनिंग, गुर राखे पत, पत मेरी वो गुर रख रहा है, ਜਿਹੜੀ इंस्ट्रक्शन ਨੂੰ मैं अपना ਸੁਭਾਅ ਬਣਾ ਲਿਆ ਸੀ, ਜਿਹੜੀ ਰੱਬ ਦੀ ਬਾਣੀ ਨੂੰ इंस्ट्रक्शन ਨੂੰ अपना ਸੁਭਾਅ ਬਣਾ ਲਿਆ, ਅੱਜ ਮੈਨੂੰ ਉਹ ਬਚਾ ਰਿਹਾ ਹੈ। ਇਸ ਲਈ ਅਸੀਂ ਬੜੇ ਲੂਜ਼ ਟਰਮ ਚ ਕਹਿ ਦਿੰਦੇ ਨਾ, ਹੁਕਮ ਚ ਚੱਲੀਏ ਤੇ ਸਭ ਠੀਕ ਹੋ ਜਾਏਗਾ। ਕਿਸ ਤਰ੍ਹਾਂ ਹੋ ਜਾਏਗਾ? ਇਸ ਤਰ੍ਹਾਂ ਠੀਕ ਹੋ ਜਾਏਗਾ। ਦਿਸ ਇਜ਼ ਦਾ ਪ੍ਰੈਕਟੀਕਲ ਐਸਪੈਕਟ ਕਿ ਗੱਲ ਸਹੀ ਹੈ, ਹੁਕਮ ਦੇ ਅੰਦਰ ਚੱਲਾਂਗੇ ਸਭ ਠੀਕ ਰਹੇਗਾ। ਹੁਕਮ ਚ ਚੱਲਣ ਦਾ ਮਤਲਬ ਇਹ ਹੈ ਕਿ ਸਾਡੇ ਮਨ ਵਿੱਚ ਬਿਹੇਵੀਅਰ ਚ ਆ ਜਾਣਾ ਚਾਹੀਦਾ, ਦੀ ਇੰਸਟਰਕਸ਼ਨਸ। ਸੋ नानक जी खुद कह रहे हैं, देखो गुर नानक मेरी पैज सवारी, किन्ने सवारी, जेड़ी डीप अंडरस्टैंडिंग सी गुरबाणी दे इंस्ट्रक्शंस थी, उन्हें ही मेरी पैज सवारी। सो हुण आ जाता है गुरु कित्थे यूज हुंदा है, देखो तुसी किसी किसी जगह ते दोनों यूज होणगे। जे इत्थे एक एग्जाम्पल लीजिए, गुर की टहल गुरु की सेवा। सो गुर की टहल, टहल मीनस इत्थे बड़े ईजली मीनिंग कर देंगे जी, गुरु की सेवा करिए। गुरु की सेवा उस तो वड्डी कदी नहीं होएगी कि तुसी उहदे दिते गुर ते चलो। टीचर विल नेवर बी, टीचर वोंट बी मोर हैप्पीयर इफ यू फॉलो द इंस्ट्रक्शन ऑफ द टीचर। टीचर ਨੂੰ ਸਭ ਤੋਂ ਵੱਡੀ ਖੁਸ਼ੀ ਉਦੋਂ ਹੁੰਦੀ ਜਦੋਂ ਉਹਦੇ ਫੋਲੋ ਕਰਦੇ ਨੇ ਉਹਦੇ ਸਟੂਡੈਂਟ ਉਹਦੀਆਂ। ਸੋ ਅਸੀਂ ਟਹਿਲ ਗੁਰੂ ਦੀ ਨਹੀਂ ਕਰਨੀ, ਗੁਰ ਕੀ ਟਹਿਲ, ਜਿਹੜੇ ਗੁਰੂ ਨੇ ਸਾਨੂੰ ਵਰਡਿੰਗਸ ਰੱਬ ਦੀ ਬਾਣੀ ਲਿਆ ਕੇ ਦਿੱਤੀ ਹੈ ਉਹਦੀ ਟਹਿਲ ਕਰਨੀ ਸੀ, ਉਹਦੇ ਉੱਤੇ ਕੰਟੈਂਪਲੇਟ ਕਰਨਾ ਸੀ। ਉਹ ਗੁਰ ਕੀ ਸੇਵਾ ਹੈ, ਉਹ ਗੁਰੂ ਕੀ ਸੇਵਾ ਹੈ। ਸੋ ਗੁਰੂ ਦੀ ਸੇਵਾ ਜੇ ਅਸੀਂ ਕਰਨਾ ਚਾਹੀਏ ਤਾਂ ਗੁਰ ਕੀ ਟਹਿਲ ਕਰੋ। ਸੋ ਦੇਖਿਆ ਫਰਕ ਕਿੰਨਾ ਪੈ ਗਿਆ ईच लाइन दे उत्ते। सो गुर की टहल गुरु की सेवा। सो इस तरह ही असी अगे चलांगे। ने आ थले वाला देखो जरा एक लाइन, गुरबिन सुरत न सिद्ध, गुरबिन सुरत न सिद्ध, गुरु बिन मुकत ना पावे। क्योंकि गुरु ने इंस्ट्रक्शन देनी सी, जे गुरु ही नहीं होएगा तो मुकत किधरों पानी सी, तानू इंस्ट्रक्शन ना मिलती। सो गुरु बिन ही मुकत ना पावे, बट गुरबिन सुरत न सिद्ध, सिद्ध किधरों आएगी? विदाउट नॉलेज हाउ विल यू गेट दिस? सो इसलिए टेक्निक एंड द पर्सन हु इज गिविंग यू दिस टेक्निक, गुरु, इन्हां दी डिफरेंशिएशन इज वेरी इंपॉर्टेंट फॉर ईच एंड एवरी लाइन। सो हुण आ जांदे सतगुर। सो पहली लाइन ले लीए, तिनका जन्म सफल है जो चले सतगुर पाए। सतगुर ਜਿਹੜਾ ਗੁਰ ਤੁਹਾਨੂੰ ਇੰਸਟਰਕਸ਼ਨ ਦਿੱਤਾ ਹੈ ਉਹਨੂੰ ਸਤਕਰ ਸਤ ਮੰਨ ਕੇ ਚੱਲੇ, ਐਕਸੈਪਟ ਕਰਦੇ ਹੋਏ, ਟਰੂਥ ਸਮਝਦੇ ਹੋਏ ਉਹਦੇ ਉੱਤੇ ਚੱਲੇ, ਉਹੀ ਉਹਦਾ ਹੀ ਜਨਮ ਸਫਲ ਹੈ। ਦਿਸ ਇਜ਼ ਅ ਇਨੀਸ਼ੀਅਲ ਸਟੇਜ ਦੇ ਆਰ ਟਾਕਿੰਗ ਅਬਾਊਟ। ਜਦੋਂ ਗੁਰ ਮਿਲਿਆ ਹੀ ਸੀ ਉਹਨੂੰ ਮੈਂ ਐਕਸੈਪਟ ਕਰਨਾ ਸੀ। ਸੋ ਜਦੋਂ ਇਹ ਸ਼ਬਦ ਪੜਾਂਗਾ ਉਦੋਂ ਮੇਰੇ ਦਿਮਾਗ 'ਚ ਆ ਜਾਏਗਾ ਕਿ ਹਾਂ ਇਹ ਮੈਨੂੰ ਗੁਰ ਮਿਲਦਾ ਹੀ ਨਾ, ਮੇਰਾ ਇਹ ਪਹਿਲਾ ਕੰਮ ਹੈ ਕਿ ਉਹਨੂੰ ਸਤਗੁਰ ਕਰਨਾ, ਉਹਨੂੰ ਸਤਗੁਰ ਸਮਝ ਲਵਾਂ ਜਦੋਂ ਮੈਨੂੰ ਗੁਰ ਮਿਲਦਾ ਹੈ। ਸੋ सतगुर ते जो मुंह देखो अगली लाइन देखो, सतगुर ते जो मुंह फेरे मथे तिन काले, जेड़ा इंस्ट्रक्शन ही नहीं सुनना चाहता, उन्होंने एक्सेप्ट ही नहीं करना चाहता, उन्हां दे ये हालत हो रही है। जो सतगुर ते जो मुंह फेरे, जो मुंह ही फेर रहा है, इंस्ट्रक्शन ही नहीं सुनना चाहता। जो इंस्ट्रक्शन नहीं सुनना चाहता तो उन्होंने फॉलो की करेगा? सो अगे देखो किड्डी वड्डी गल करते हैं नानक जी, कहते जो सतगुर की शरणागति हों तिनके बल जाऊं। वो तो कहते ने एडी वड्डी गल करते हैं कि तू एक्सैप्ट कर ला इंस्ट्रक्शन नूं, मैं तो ये ही बलियारी जाऊं। तू एक्सैप्ट तो कर, इंप्लीमेंट तो तू जो करेगा। एक्सैप्ट ही नहीं कर रहा मैं तो उन्होंने खाली पढ़ के छड़ रहा। रोज सवेरे मैं पाठ कर रहा, मैं ये लाइना पढ़न दिया, बट आई एम नॉट एक्सेप्टिंग।
ਸੋ ਮੈਂ ਉਹ ਹੀ ਨਹੀਂ ਕਰ ਰਿਹਾ ਤੇ ਨਾਨਕ ਜੀ ਤੇ ਇੰਨੇ ਹਿਊਮਿਲਿਟੀ ਚ ਆ ਕੇ ਕਹਿ ਰਹੇ ਨੇ ਕਿ ਜੋ ਸਤਿਗੁਰ ਕੀ ਸ਼ਰਨਾਗਤ, ਖਾਲੀ ਤੂੰ ਅੰਡਰਸਟੈਂਡ ਕਰ ਜੋ ਇੰਸਟਰਕਸ਼ਨ ਨੂੰ, ਐਕਸੈਪਟ ਹੀ ਕਰ ਲੈ, ਖਾਲੀ ਹੋਂ ਤਿਨ ਕੇ ਬਲ ਜਾਓ। ਸੋ ਇਹੋ ਜੀ ਲਾਈਨਾਂ ਜਦੋਂ ਅਸੀਂ ਪੜਾਂਗੇ ਨਾ, ਹੁਣ ਜੇ ਅਸੀਂ ਇਹ ਸਾਰੇ ਵਰਡ ਦੇ ਮੀਨਿੰਗ ਧਿਆਨ ਚ ਰੱਖਾਂਗੇ ਤਾਂ ਸਾਡੇ ਉੱਤੇ ਚੋਟ ਪੈਗੀ ਕਿ ਅਸੀਂ ਕੀ ਪੜੀ ਜਾ ਰਹੇ ਹਾਂ, ਇਹਦੇ ਪਿੱਛੇ ਕਿੰਨੀ ਵੱਡੀ ਗੱਲ ਕੀਤੀ ਕਿ ਮੈਂ ਕਿਉਂ ਨਹੀਂ ਕਰ ਰਿਹਾ। ਫਿਰ ਜੇ ਐਡੀ ਵੱਡੀ ਗੱਲ ਨਾਨਕ ਜੀ ਨੇ ਕਰ ਦਿੱਤੀ ਹੈ ਤੇ ਮੈਂ ਕਿਉਂ ਨਹੀਂ ਕਰਦਾ ਫਿਰ ਇਹ ਕੰਮ। ਅੱਗੇ ਹੈਗੀ ਸਤਿਗੁਰ, ਜਿੱਥੇ ਮੈਂ ਧਿਆਨ ਦੇਣਾ, ਜਿੱਥੇ ਮੈਂ ਇਸ ਗੁਰ ਤੇ ਧਿਆਨ ਦੇਣਾ, ਜਿਹਨੂੰ ਸੱਚ ਕਰ ਐਕਸੈਪਟ ਕਰ ਲੈਣਾ ਹੈ, ਉਹਦੇ ਅੰਦਰ ਕੀ ਹੈ। ਦੇਖੋ ਜੀ, ਭਾਈ ਰੇ ਹਰ ਹੀਰਾ ਗੁਰ ਮਾਹੇ, ਇੱਥੇ ਗੁਰ ਹੈ, ਕਲੜ ਨਹੀਂ ਕੀਤਾ, ਪਰ ਤੁਸੀਂ ਦੇਖੋ 22 ਭਾਈ ਰੇ ਹਰ ਹੀਰਾ ਗੁਰ ਮਾਹੇ, ਗੁਰ ਦੇ ਅੰਦਰ, ਟੈਕਨੀਕ ਦੇ ਅੰਦਰ ਹੀਰਾ ਹੈਗਾ, ਟੈਕਨੀਕ। ਸੋ ਸਤ ਸੰਗਤ, ਸਤ ਗੁਰ ਪਾਈਏ, ਸਤ ਸੰਗਤ ਨਾਲ ਗੁਰੂ ਨਹੀਂ ਮਿਲ ਜਾਣਾ ਜਿਹੜਾ ਅਸੀਂ ਪਹਿਲਾਂ ਪੜ੍ਹਦੇ ਸੀ। ਸਤ ਸੰਗਤ ਦੇ ਅੰਦਰ ਸਾਨੂੰ ਡੀਪ ਅੰਡਰਸਟੈਂਡਿੰਗ ਹੋ ਜਾਏਗੀ, ਸਾਡੇ ਕੋਲੋਂ ਫੋਕਸ ਹੋ ਪਾ ਜਾਏਗਾ। ਸੋ ਸਤ ਸੰਗਤ ਸਤ ਗੁਰ ਪਾਈਏ, we can focus on that, totally accept that, we will be able to accept that. So ਇਹ ਕੁਝ ਐਗਜ਼ਾਮਪਲ ਹੈਗੇ ਸੀ। ਲਾਸਟ ਹੈ ਸਤਗੁਰ। ਸਤਗੁਰ ਦੇ ਅੰਦਰ ਅਸੀਂ ਦੇਖੀਏ ਤੇ ਇੱਥੇ ਇੱਕ ਲੈ ਲਈਏ ਕਿ ਪਹਿਲੀ ਵਾਲੀ ਲਾਈਨ ਲੈਣੇ, ਤਨ ਮਨ ਗੁਰ ਪੈ ਵੇਚਿਆ। ਗੁਰੂ ਨੂੰ ਨਹੀਂ ਵੇਚਿਆ ਸੀ, ਹਮੇਸ਼ਾ ਇਹੋ ਸੁੰਦਰ ਹੈ, ਗੁਰੂ ਨੂੰ ਵੇਚ ਦਿੱਤਾ ਨਾ। ਤਨ ਮਨ ਗੁਰ ਪੇ ਵੇਚਿਆ, ਉਹ ਸ਼ਬਦ ਦੀ ਇੰਸਟਰਕਸ਼ਨਾਂ ਤੇ ਵੇਚ ਦਿੱਤਾ ਜਿਹੜੀ ਰੱਬ ਤੋਂ ਆਈਆਂ ਸੀ। I have sold myself to the instructions of God, to the words of God, to the command of God, to the hukam of God. So ਤਨ ਮਨ ਗੁਰ ਪੈ ਵੇਚਿਆ। ਜਦੋਂ ਮੈਂ ਵੇਚਿਆ, ਮਨ ਦਿਆ ਸਿਰ ਨਾਲ, ਮਨ ਦਿਆ ਸਿਰ ਨਾਲ ਕਿਉਂ ਦਿੱਤਾ? ਕਿਉਂਕਿ ਆਪਾ ਦੇਣਾ ਸੀ ਆਪਣਾ। ਸੋ ਜਿਹੜੀ ਮੈਂ ਗੱਲ ਕਰ ਰਿਹਾ ਸੀ ਕਿ ਆਪਣਾ ਆਪਾ ਗਵਾਣਾ ਸੀ। ਸੋ ਦੂਜਾ ਭਾਵ ਹਟਾ ਕੇ ਜੇ ਮੈਂ ਗੁਰ ਤੇ ਧਿਆਨ ਦੇਣਾ ਹੈ, ਤ੍ਰਿਭਵਨ ਖੋਜ ਡੰਡੋਲਿਆ, ਗੁਰਮੁਖ ਖੋਜ ਨਿਹਾਲ। ਬਾਅਦ ਚ ਕਦੀ ਗੁਰਮੁਖ ਦੀ ਵੀ ਗੱਲ ਕਰਾਂਗੇ, ਵਾਟ ਇਜ਼ ਗੁਰਮੁਖ। ਸਤਗੁਰ ਮੇਲ ਮਿਲਾਇਆ। ਸਤਗੁਰ ਕਿਹੜਾ ਹੁਣ? ਸਿਆਰੀ ਵਾਲਾ ਹੈ, ਇਹਦਾ ਮਤਲਬ ਕਿ ਡੀਪ ਅੰਡਰਸਟੈਂਡਿੰਗ ਵਾਲਾ ਹੈ। ਸੋ ਜਦੋਂ ਸਾਡੀ ਡੀਪ ਅੰਡਰਸਟੈਂਡਿੰਗ ਇੰਸਟਰਕਸ਼ਨ ਦੀ ਹੋ ਗਈ ਆ, ਉਹ ਅੰਡਰਸਟੈਂਡਿੰਗ ਜਿਹੜੀ ਮੇਰੇ ਹੁਣ ਬਿਹੇਵੀਅਰ ਚ ਆ ਗਈ ਹੈ, ਸਤਗੁਰ ਮੇਲ ਮਿਲਾਇਆ, ਉਹਨੇ ਮਿਲਾਇਆ, ਉਹ ਇੰਸਟਰਕਸ਼ਨਸ ਨੇ ਮਿਲਾਇਆ। ਜਦੋਂ ਮੇਰੇ ਅੰਦਰ ਉਹ ਵਸ ਗਈ, ਨਾਨਕ ਸੋ ਪ੍ਰਭ ਨਾਲ, ਉਹ ਪ੍ਰਭ ਦੇ ਨਾਲ ਹੋ ਜਾਂਦਾ ਹੈ, ਕਿਉਂਕਿ ਉਹ ਮੰਨਦਾ ਹੀ ਪ੍ਰਭ ਦੀ। ਕਿਉਂਕਿ ਉਹਦੇ ਵਿੱਚੋਂ ਇਹ ਨਹੀਂ ਹੈ ਕਿ ਉਹ ਪ੍ਰਭ ਕੋਲ ਪਹੁੰਚ ਗਿਆ, ਪ੍ਰਭ ਉਹਦੇ ਥਰੂ ਬੋਲਣ ਡਿਆ, ਕਿਉਂਕਿ ਆਪਣੀ ਨਹੀਂ ਚਲਾ ਰਿਹਾ, ਕਿ ਉਹਦਾ ਆਪਾ ਮਰ ਗਿਆ। Now God is talking within through him. So this is what the understanding of all these things are there. Now we'll go to the Satgur. ਦੇ ਇੱਕ ਦੋ ਐਗਜ਼ਾਮਪਲ ਲਾਂਗੇ ਜਿੱਥੇ ਸਿਆਰੀ ਵਾਲਾ ਸਤਗੁਰ, ਯਾਨੀ ਹੁਣ ਇੰਪਲੀਮੈਂਟੇਸ਼ਨ ਦਾ ਕੰਮ ਆ ਗਿਆ ਕਿ ਮੈਂ ਐਕਸੈਪਟ ਵੀ ਕਰਾਂਗਾ ਤੇ ਇੰਪਲੀਮੈਂਟ ਕਰਾਂਗਾ। ਸੋ ਜਦੋਂ ਮੈਂ ਇਸ ਲੈਵਲ ਤੇ ਪਹੁੰਚ ਗਿਆ ਤੇ ਕਹਿੰਦੇ ਮਨ ਮੇਰੇ ਸਤਗੁਰ ਕੇ ਪਾਣੇ ਚੱਲ। ਇਹਦਾ ਨਹੀਂ ਮਤਲਬ ਗੁਰੂ ਦੇ ਪਾਣੇ ਚੱਲ, ਸਤਗੁਰ ਕੇ ਪਾਣੇ ਚੱਲ, ਯਾਨੀ ਕਿ ਜਿਹੜੀ ਇੰਸਟਰਕਸ਼ਨਾਂ ਮਿਲੀਆਂ ਉਹਦੇ ਉੱਤੇ ਇੰਪਲੀਮੈਂਟੇਸ਼ਨ ਸ਼ੁਰੂ ਕਰ ਦੇ। ਸੋ ਇਫ ਯੂ ਸੇ ਮਨ ਮੇਰੇ ਸਤਗੁਰ ਕੇ ਪਾਣੇ ਚੱਲ, ਨਿਜ ਕਰ ਵਸੇ ਅੰਮ੍ਰਿਤ ਪੀਵੇ, ਤਾਂ ਸੁਖ ਲਹਿ ਮਹਿਲ। ਇਹ ਇੰਸਟਰਕਸ਼ਨ ਹੈ। ਪਹਿਲੀ ਲਾਈਨ ਕਹਿ ਰਹੀ ਹੈ ਮੇਰੇ ਮਨ ਤੂੰ ਸਤਗੁਰ ਕੇ ਪਾਣੇ ਚੱਲ। ਸਤਗੁਰ ਮੀਨਸ ਡੀਪ, ਜਿਹੜੀ ਉਹ ਨੂੰ ਇੰਪਲੀਮੈਂਟ ਕਰ ਜਿਹੜਾ ਗੁਰ ਮਿਲਿਆ ਸੀ। ਅਗਲੀ ਲਾਈਨ ਹੈ ਕੀ ਕਰਾਂ ਇੰਪਲੀਮੈਂਟ? ਨਿਜ ਕਰ ਵਸੇ ਅੰਮ੍ਰਿਤ ਪੀਵੇ। ਤੇ ਬਈ ਜਿੱਥੇ ਤੂੰ ਹੈਗਾ, ਆ ਇੰਸਟਰਕਸ਼ਨ ਦਿੱਤੀ ਥੱਲੇ। ਸੋ ਇਟ ਇਜ਼ ਵੈਰੀ ਕਲੀਅਰ that this instruction you have to implement. You don't have to खाली understand नहीं करना, implementation करना। थल्ले वाली लाइन देखो, मेरे प्रीतमा हो जीवा नाम त्याए। ठीक है, बिन नावे जीवन ना थिए,
मेरे सतगुर नाम दृढ़ा, सतगुर जिहदे उत्ते मैं इंप्लीमेंटेशन करना, उन्हें मैनू नाम दृढ़ाना। इस करके गुरु नहीं आएगा मैनू दिलान, गुरु ने इंस्ट्रक्शन दी है तू ना जप। हुण मैं बैठा है, गुरु आ जाएंगे मैनू जपाणगे, क्यों जपाणगे? उन्होंने इंस्ट्रक्शन दी ना। टीचर तुहाडे नाल घर नहीं आंदा, टीचर ने तुहानू इंस्ट्रक्शन दी होमवर्क करो, मैं ना करा तो मेरी गलती थोड़ी, मेरी गलती हुई ना, फिर वो टीचर की गलती थोड़ी है। सो सतगुर नाम दृढ़ाए, साफ लिखा है कि जे तू ये इंप्लीमेंटेशन करेगा इंस्ट्रक्शन ते ओहदे नाल नाम दृढ़ाया जाएगा। इफ वी गो टू सॉरी सतगुर, हुण इत्थे हैगी डीप अंडरस्टैंडिंग दे उत्ते इंप्लीमेंटेशन, डीप अंडरस्टैंडिंग विद इंप्लीमेंटेशन। सो असी एक लाइन ले लेने, पाई रे मिल सज्जन हर गुण सार, सज्जन सतगुर पुरख है। देखो कौन किन्ने नहीं क्या कि कहते सज्जन जड़ा है, सज्जन की डेफिनेशन बात देंगे, सज्जन सतगुर पुरख है, सतगुर पुरख हैगा। सो करता पुरख नहीं है, सतगुर पुरख। सो सतगुर केड़ी चीज हैगी है? वो केड़ा है जेड़ा ये जिन्नू मैं इंप्लीमेंटेशन कर लिया ते ओदे उत्ते कंटम्पलेट कर रहे हैं, वही मेरा इंस्ट्रक्टर है, वही हुण नाउ इट इज दैट इंस्ट्रक्शन बिकॉज नाउ आई हैव स्टार्टेड इंप्लीमेंटिंग एंड आई एम पुटिंग फुल फोकस ऑन दैट। सो हर गुण गाओ मना सतगुर सेव प्यार, ठीक है, हर गुण गाओ मन कितना सतगुर सेव प्यार, सतगुर दे थ्रू सेवा करके प्यार। सो दीज आर द थिंग्स विच विल गिव अस इंस्ट्रक्शंस। एंड आ वाली स्लाइड देखो, दिस इज द मोस्ट इंपॉर्टेंट, जिस तरह क्योंकि सतगुर वो वाला है जिथे अंडरस्टैंडिंग डीपली चली गई और मैं उधर मैनिफेस्टेशन कर रहा, यानी कि इत्थे मेरा आपा मरिया होया, इस स्लाइड च आपा मेरा मर गया, मेरी इंस्ट्रक्शन नहीं चल रही है, रब की इंस्ट्रक्शन नाल चलदा है, हुक्म च चल रहा है। सो नाउ सी दैट एवरीथिंग विल चेंज, एवरीथिंग विल चेंज। ऊंचा ऊंचो आखिए कहो ना देखा जाए, कहो ना देखा जाए, जय देखा तै एक तू, साडे कोलों नजर नहीं है एक देखना, जय देखा तै तू सतगुर दिया दिखाए। कदों दिखना शुरू होया? उदन गल हुई सी तीजी आखती जब मैं बोलिया सी, साडे इत्थे दिव्य दृष्टि इनू कहंदे, सानू इदां दिखदा है गुरु। ये लाइन बहुत इंपॉर्टेंट है, जय देखा तै तू, तै एक तू, एक तू मतलब कि वो सारी सृष्टि के अंदर फैलिया, हर एक चीज ओदा अंश है। इस करके मैनू वो दृष्टि मिल गई जिदे च मैनू हर एक चीज रब दिखना शुरू होया। ये कदों दिखेगा? जदों मेरा आपा मर गया। सो इत्थे जय देखा तै एक तू सतगुर दिया दिखाई, ये उदों ही दिखेगा। सतगुर केड़ी है? वो अंडरस्टैंडिंग जेरे मन च वस गई है, वो हुक्म दिखा रहा मैनू एक्चुअली सब कुछ। हुण मैनू रब ही दिख रहा हर एक चीज, ते हाथ दिख रहा। तो जदों तुसीं चौथी पौड़ी च कहते विराग, विराग किनू कहंदे? जे तुसीं लिटल मीनिंग लो, विराग का मतलब कि होर चीज़ों के नाल मन उठ जाए। तो जदों तुहानूं हर एक चीज़ रब ही दिख रहा तो तुहानूं रब तो सिवा कुछ दिखना बंद हो गया, इसलिए विराग हो। जिहड़ी चौथी पौड़ी च विराग की गल की, वो इस सतगुर की स्टेज है, जदों तुहानूं सिर्फ रब दिखेगा हर एक। सो इस तो सिवा फिर ये वाली देखो तुसीं लास्ट स्लाइड, इत्थे की है? दिस इज कर सेवक, कर सेवो पूरा सतगुरु वण जारिया, मित्रा सब चली रहन विहार। इत्थे किड्डी वड्डी इंस्ट्रक्शन है कि अज असीं सारी स्टेजां क्रॉस करके मन च वसा के आ सतगुरु, इस पूरा सतगुरु का मतलब की है? मीनिंग इत्थे ये नहीं है कि तुहाडा पूरा गुरु है, कई जगह ते पूरा गुरु वर्ड भी आया है, बट इत्थे इहदा ये मीनिंग हैगा कि तुसी अपने आप नूं पूरा टाल लिया उस इंस्ट्रक्शन के अंदर, यानी कि कंप्लीटली उहदे विच चल रहा है कि तुहाडे अंदरों जिहड़ी गल निकल रही है वो सतगुरु दी ही गल निकलनी स्टार्ट हो गई। से लास्ट वाली लाइन इहदे इसे दी देख लीजिए, गुर सतगुर स्वामी भेद न जान। उत्थे असीं कहंदे ने, इत्थे फिर की होया? जे समझो दोनों का मीनिंग गुरु रखिया हुंदा ते की मीनिंग बन जाता? गुरु ते गुरु स्वामी भेद ना जाणियो, ठीक है।
सतगुर स्वामी भेद ना जानियो। नो, इत्थे हैगा गुर ते सतगुर। गुर किधरों आया सी? गुरु तो। सतगुर दा जिम्मेवारी किहदी सी? सिख दी। ते उदों फिर गुरु सतगुर स्वामी भेद ना जानियो। उदों ਜਿਹੜਾ ਸਿੱਖ ਹੈ ਉਹ ਆਪਣਾ ਆਪਾ ਮਾਰ ਚੁੱਕਿਆ ਹੁੰਦਾ, ਇਸ ਲਈ ਸਾਰੇ ਭੇਦ ਮੁੱਕ ਜਾਂਦੇ ਉਹਦੇ ਅੰਦਰ। ਸੋ ਦਿਸ all these words when we read, so just if I have 5 minutes more, please carry on sir. Okay, bas 3 slides more. Just I want to tell ki just give the example that actually ਜਿਹੜੀ ਅਸੀਂ ਹੁਣ ਇੰਨੀਆਂ ਵੱਡੀਆਂ ਗੱਲਾਂ ਕੀਤੀਆਂ ਕਿ ਗੁਰੂ ਤੋਂ ਗੁਰ ਆਣਾ ਸੀ, किस टाइप के गुर आंदे साडे कोलों, साडे कोल किहड़े गुर आ रहे हैं। तो गुरु तो गुर आ रहा है सानू। असीं एग्जाम्पल देखते हैं, गुरु उन्हें सानू गुर दिता। किहड़ा पहला गुर? बाणी, एक्सप्रेशन ऑफ गॉड, शब्द, वर्ड्स, या कह सकते हैं कि मैनिफेस्टेशन थ्रू वर्ड्स। देन मालक दे घरों आया है। ये जड़ा शब्द है, एवरीथिंग इज नॉट शब्द, जड़ा मालक दे घरों आया वही शब्द है। सो वो जड़ा शब्द है आंदा किधरों है? शरीर विचों। सानू किधरों सुनाई दे रहा? कोई दस रहा, या मैं पढ़ रहा, या मैं अंडरस्टैंड कर रहा, या मैं उचार रहा। तो ये बहुत अंडरस्टैंडिंग जरूरी हैगी कि शरीर विचों आना है। मेरा शरीर दे विचों भी आना है। मेरे शरीर दे अंदर भी रब बैठा है, मेरे अंदरों भी आना चाहिए सी, जेड़ा नहीं आ रहा। मैं उन्होंने एक्सेप्ट नहीं कर रहा, मैं अपने आप को जना रहा कि मैं करता, मैं अपने आप को उहदे उपर रखने की कोशिश करन दिया, इस करके नहीं आ रहा। तो साडी गुर जिहड़ा सानू ये मिलिया कि इनू अंडरस्टैंड करना, व्हाट इज बाणी, व्हाट इज शब्द, ते मालक दे घरों आ रहा, पर मैनिफेस्टेशन थ्रू शरीर च हो रहा है मेरे। नेक्स्ट इज जस्ट अ मिनट। हाँ जी, मन ਨੂੰ ਸਮਝਾਉਣ ਵਾਸਤੇ ਇਹ ਜਿਹੜੀ ਇਨਸਟਰਕਸ਼ਨ ਸਾਰੀ ਆ ਰਹੀ ਹੈ, ਇਹ ਮਨ ਨੂੰ ਸਮਝਾਉਣ ਵਾਸਤੇ ਆ ਰਹੀ। ਮਨ ਨੂੰ ਆਪਾ ਮੰਨੀਏ ਕਿਉਂਕਿ ਬਾਅਦ ਚ ਆਪੇ ਨੇ ਮਰਨਾ ਹੈ। ਸੋ ਇਹ ਆਪਾ ਜਿਹੜਾ ਹੈਗਾ ਉਹਨੂੰ ਸਮਝਾਉਣ ਵਾਸਤੇ ਮੈਨੂੰ ਇਹ ਸਮਝਣਾ ਕਿ ਸਭ ਕੁਝ ਰੱਬ ਕਿਵੇਂ ਕਰਦੇ ਹਨ। ਸੋ ਸਾਨੂੰ ਇਹ ਸਮਝ ਆਉਂਦਾ ਕਿ ਰੱਬ ਦੀ ਕੀ ਕੁਆਲਿਟੀਜ਼ ਨੇ, ਰੱਬ ਕੀ ਚਾਹੁੰਦੇ ਨੇ, ਉਹ ਹਾਊ ਹੀ ਇਜ਼ ਮੈਨੀਫੈਸਟਡ ਇਨ ਆਲ ਦ ਥਿੰग्स। तो जो ये अंडरस्टैंडिंग आएगी तो अगला पॉइंट आएगा कि सानू सब कुछ किवें करना चाहिए। पूरी इंस्ट्रक्शन हैगी गुरबाणी दे अंदर, ऑल द 4 पॉइंट्स आर देयर, दैट दीज आर द इंस्ट्रक्शंस व्हिच आर। सो सानू गुर दे उत्ते थोड़ा जिहा भी डाउट नहीं होना चाहिए, मैंने तो गुर ही नहीं पता है सी ते मैं उहदे ते चलदा किदां। सो ऑल इंस्ट्रक्शंस आर देयर। नाउ लेट अस सी द सेकंड गुर। सो घट बैठे मालिक ही, देखो किहड़े किहड़े गुर सानू सिखाए गए। घट बैठे मालक ही गुणा दे खजाने हन, निधान हन। इनू बड़े सीरियसली लेना है कि घट बैठे मेरे अंदर जड़ा रब दा अंश है, ओदे कोल सारे खजाने ने, वो ही सब कुछ कर रहा है, मैं नहीं कर सकता कुछ। ओदे कोल निधान मीन्स ओदे कोल इन्ने खजाने ने कि आई कैन नॉट सी। सो एवरी पर्सन इज वेरी वेरी केपेबल, वेरी केपेबल। मैनीफेस्ट हुंदा कि नहीं है साडे उत्ते है, किन्नी क मैल चढ़ी, किन्ना मेरा आपा हावी मैं अपने आप नूं होण दिता है, किन्ना मैं अपने मन नूं हावी होण दिंदा। नहीं ते ओहदे अंदर ते इन्ने खजाने पै ने हर एक दे अंदर, और मैनीफेस्ट क्यों नहीं हो रहा? क्योंकि असीं अपना दूजा भाव बना रखिया। अगे देखो, जिन्ने भी गुण बंदे विच हन वो मालक दे हन, मेरे नहीं ने, जिन्नू मैं क्लेम करके बैठ गया। जदों कोई चंगा काम करना मैं किया, ये मेरे गुण ने। आई एम वेरी गुड इन दिस, आई एम वेरी गुड इन ड्राइविंग, आई एम नॉट गुड इन ड्राइविंग। सारे गुण ओदे हैगे, पर वो वाला गुण बाहर मैनिफेस्ट हो गया। अदरवाइज दे आर नॉट माइन, मैं क्लेम नहीं कर सकता। इन्हां गुणां नूं कर्म राही करदियां जां हुंदियां वेख घट बैठे मालक नूं गाना ही भक्ति है। Now definition of bhakti has come. See, this is practical everything. This point has to be noted that what is bhakti? जदों इन्हां गुणां, जदों ये गुण बाहर आंदे ने, जिस तरह मैं कहां जी मैं इहदे च बड़ा चंगा है, वो चीज है, पर मेरे अंदर दिमाग च आवे कि कोई कर्म इहो जिहा मेरे कोलों हो जावे चंगा, या मेरे थ्रू कोई ऐसी गल हो जाए, जदों मैं इहनूं वेखां
ਤੇ ਮੈਨੂੰ ਖਿਆਲ ਇਹ ਨਾ ਆਵੇ ਕਿ ਦੇਖੋ ਮੈਂ ਕਿੰਨਾ ਅੱਛਾ ਕੀਤਾ, ਉਦੋਂ ਖਿਆਲ ਆਵੇ ਕਿ ਘੱਟ ਬੈਠੇ ਮਾਲਿਕ ਨੂੰ ਗਾਵਾਂ ਕਿ ਤੂੰ ਕਿੰਨਾ ਅੱਛਾ ਮੇਰੇ ਥਰੂ ਕਰਵਾਇਆ। ਥੈਂਕ ਯੂ ਫॉर यूजिंग मी टू मैनिफेस्ट दिस गुण आउटसाइड। थैंक यू जे मैं किसी दी सेवा करा और मैं कहां करे नो, थैंक यू गॉड कि तुसी ओदी सेवा मेरे थ्रू करवाई, तुसी मैं चुनिया ओदी सेवा करने लई, बिकॉज मैं तो कर नहीं सकता, ये गुण तेरे। सो ये चीज जदों हो जाए उन्होंने भक्ति कहते, जदों ये कंटिन्यूअसली एवरी मोमेंट रहे, दैट इज भक्ति। ना गुणां नूं गाउंदे मालक विच आपा गवाउणा ते उस विच समाउणा, जिन्हों मैं कहा सी कि आपा मरेगा। ये वो स्टेज है जदों असी इन्ना भक्ति करिए कि हर टाइम सानू याद आ जाए कि ये काम ते रब ने कराया, थैंक यू। ये जदों भक्ति इन्नी वध जाए कि मैनू अनकॉन्शियसली भी याद रहे कि मैं नहीं कर रहा, रब हर एक चीज, वो जो है ना अनकॉन्शियसली मेरे च वध जाएगी तो फिर की होएगा कि मैनू सोचना पड़ेगा ये रब ने कराया। वो भक्ति इस लेवल पे पहुंच जाएगी कि मेरा आपा मर जाएगा, दूजा भाव मर जाएगा। यही तो इंस्ट्रक्शन सानू दी गई है कि अपने आप नू गवाना है, जीवते मरण की जिहड़ी गल हो रही है, और ओदे विच समा जाना, मरण तो बाद नहीं समाना ओदे अंदर, क्योंकि समावांगे नहीं, क्योंकि इन्ने काम खराब किते, कई जूना च घूमना है। जे समान किधरों दी सोच रहे हैं कि ज्योति जोत समा जाएंगे, नहीं समावांगे, क्योंकि असी तो कई भरम वाले कई जूना च। इत्थे गल हो रही है कि जीवतियां भी समा सकते हो तुसी जदों तुहाडी भक्ति इस लैवल ते पहुंच जाओ। ये गुर ने जिहड़े दिते गए सी सानू। हुण अगे देखिए, ऐसा करना ही मुक्ति है। जदों तुहाडा आपा मर जाएगा उस तो बाद वॉट एवर यू डू इज यू आर नॉट डूइंग, तुसी करता ही नहीं हो, तुहाडे थ्रू करा रहे। जिहड़ी मैं कही सी सतगुर सियारी वाली स्टेज, उस स्टेज के अंदर तुसी पहुंच गया हो ते फिर सब कुछ वो करा रहा, तुसी नहीं कर रहे। इनू ही मुक्ति कहंदे, यू आर मुक्त, तुसी मुक्त हो गया हो। हुण जिहड़ा कर्म कर रहे हो वो कर्म वही कराएगा, ओदे कर्म ने जो बुलवा रहा वही बुलवा रहा है, सब कुछ वो कर रहा है, तुसी कुछ नहीं कर रहे हो, तुसी मुक्त हो गया हो। कि वो मुक्त वर्ड क्यों यूज किया गया? एक ते तुसी नहीं कर रहे कुछ, यू आर मुक्त, यू आर नॉट अ करता। सैकेंड थिंग मैं जरा कहा सी कि इहो जे लोकां कोलों जे कोई मिस्टेक भी हो जाए या कोई ऐसा कर्म अनजाने च हो जाए, ਉਹਦੇ लेखे फाड़ दिते जाते। सो यू आर मुक्त कि मेरे कर्म नहीं बननगे। सो इनू मुक्ति कहते। जे कंप्लीटली पाने च चलना शुरू करिए तो इन्ना पाने चलिए कि आपा मर जाए, तो जो मैनिफेस्टेशन मेरे थ्रू हो रहा वो भी रब ही करवाए। ऐसा करन नाल आवागमन खत्म हो जाता है। आवागमन खत्म हो गया क्योंकि मैं मुक्त हो गया। असी उल्टा समझने कि आवागमन खत्म हो जाए तो उन्होंने मुक्ति कहने ना, असी पहला मुक्त हो गए क्योंकि असी आपा मारिया, फिर आवागमन खत्म होया। आवागमन खत्म होया, ऐसा जीव रब वर्गा हो जाता है, रब नहीं हो जाता। पहला भी असी डिस्कस किया सी, ऐसा जीव रब वर्गा हो जाता है। ते असी स्टार्ट कदों कीता सी? जदों असी स्टार्ट कीता सी, असी कहा सी कि ये सारे जिहड़े गुर आ रहे ने ये रब वालों आ रहे ने, ते इहदे अंदर सानू पहला ये देखना कि रब किदां अपने काम करदा है, फिर असी की कर। ऐसा जीव रब वर्गा हो जाता ते ऐसे ज्ञान नू पूरा गुर आख्या जाता है। ते जिहड़ा जदों भी वर्ड आएगा पूरा गुर, गुर मीनस इंस्ट्रक्शन, ते इनू पूरा गुर कहंदे। जदों ये सारी इंस्ट्रक्शनां दित्तियां गईयां, इनू असी फॉलो करके अपने आप को मुक्त करा लिया। ऐसा ज्ञान जिहड़ा तुहानू मुक्त करा दे, इसे नू ही गुर कहा जाता। ए मैं होर डिटेल विच नहीं जावांगा, बट दिस इज द सार ऑफ व्हाट गुरु इज, विच गुरु इज गिविंग टू अस। एंड ए अगला टॉपिक होएगा गुरबाणी, और व्हाट इज गुरु एंड व्हाट इज गुरुबाणी, व्हाट इज गुरबाणी। अगेन गुरुबाणी इज द वर्डिंग्स ऑफ गुरु, गुरबाणी the expression of the instruction। खैर वो अगली बारी दी गल होगी, but I think I will end the show here and I stop sharing। तो ये कोई मैंने पता है मैं I am not able to express properly, but whatever I could I tried। So डॉक्टर साहब बहुत
मुबारखां जी। डॉक्टर साहब, मैं भी डॉक्टर बोल रहा। आवाज आ रही मेरी? हाँ जी, आ रही है जी। हाँ जी जी। हाँ जी, ਤੁਹਾਡਾ ਜਿਹੜਾ ਡਿਸਕਸ਼ਨ ਸੀ ਬਹੁਤ ਅੱਛਾ ਸੀਗਾ। ਮੈਂ ਤੇ ਇੱਕ ਹੀ ਸਵਾਲ ਪੁੱਛਾਂਗਾ ਤੁਹਾਡੇ ਤੋਂ। ਹਾਂਜੀ। ਦੇਖੋ, ਇੱਕ ਪਾਸੇ ਤਾਂ ਬਾਣੀ ਵਿੱਚ ਕਹਿੰਦੇ ਨੇ ਕਿ ਉਹ ਵੇਖੇ ਉਹਨਾਂ ਨੂੰ ਨਜ਼ਰ ਨਾ ਆਵੇ, ਦੂਜੇ ਪਾਸੇ ਇਹ ਜਪਜੀ ਸਾਹਿਬ ਦਾ ਸ਼ਬਦ ਹੈ, ਦੂਜੇ ਪਾਸੇ ਕਿਹਾ ਗਿਆ ਹੈ ਸਤਿਗੁਰੂ ਨੂੰ ਸਭ ਕੁਝ ਦੇਖਦਾ, ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋ ਜਿੱਥੇ ਸ਼ਬਦ ਨਾ ਕਰੇ ਵਿਚਾਰ। ਇੱਕ ਪਾਸੇ ਤਾਂ ਕਿਹਾ ਗਿਆ ਹੈਗਾ ਕਿ ਸਤਿਗੁਰੂ ਨੂੰ ਸਭ ਕੁਝ ਦੇਖਦਾ ਹੈ, ਤੇ ਦੂਜੇ ਪਾਸੇ ਸਤਿਗੁਰੂ ਬਾਰੇ ਇਹ ਗੱਲ ਕਿਹਾ ਗਿਆ ਉਹ ਦੇਖੇ ਇਹਨਾਂ ਨਜ਼ਰ ਨਾ ਆਵੇ। ਕਿਸੇ ਨੂੰ ਨਜ਼ਰ ਨਹੀਂ ਆਉਂਦਾ, ਸਤਿਗੁਰੂ ਸਭ ਨੂੰ ਦੇਖ ਰਿਹਾ ਹੈਗਾ। ਇਹ ਥੋੜਾ ਜਿਹਾ ਇਹਦਾ ਡਿਟੇਲ ਦੱਸੋ ਥੋੜੀ। ਨਹੀਂ, ਸੈਕੰਡ ਵਾਲੀ ਲਾਈਨ ਕਿਹੜੀ ਤੁਸੀਂ ਬੋਲੀ? ਪਹਿਲੀ ਵਾਲੀ ਤਾਂ ਬੜੀ ਕਲੀਅਰ ਹੈਗੀ ਕਿ ਸਾਨੂੰ ਨਹੀਂ ਦਿਖਦਾ ਪਰ ਉਹ ਸਭ ਨੂੰ ਦੇਖ ਰਿਹਾ। ਉਹ ਦੇਖ ਰਿਹਾ ਨਾ। ਦੂਜੀ ਜਿਹੜੀ ਲਾਈਨ ਉਹ ਇਹ ਹੈ ਕਿ ਬਾਣੀ ਦੇ ਵਿੱਚ ਹੀ ਆਉਂਦਾ ਸਤਿਗੁਰੂ ਨੂੰ ਸਭ ਕੁਝ ਦੇਖਦਾ, ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋ ਜਿੱਤਰ ਸ਼ਬਦ ਨਾ ਕਰੇ ਵਿਚਾਰ। ਹੁਣ ਇੱਕ ਪਾਸੇ ਕਿਹਾ ਗਿਆ ਸਤਿਗੁਰੂ ਸਭ ਨੂੰ ਸਭ ਸਤਿਗੁਰੂ ਨੂੰ ਦੇਖ ਰਹੇ ਨੇ, ਔਰ ਇੱਕ ਪਾਸੇ ਕਹਿੰਦੇ ਸਤਿਗੁਰੂ ਸਭ ਨੂੰ ਦੇਖਦਾ, ਉਹਨਾਂ ਨੂੰ ਨਜ਼ਰ ਨਹੀਂ ਆਉਂਦਾ। ਇਹ ਥੋੜਾ ਜਿਹਾ ਜਿਹੜਾ ਹੈਗਾ ਕੰਟਰੋਵਰਸੀ, ਇਹਨੂੰ ਥੋੜਾ ਕਲੀਅਰ ਕਰੋ ਜਰਾ। ਇੱਥੇ ਕਿਹੜੇ ਸਤਿਗੁਰੂ ਦਾ ਵਰਡ ਯੂਜ਼ ਕੀਤਾ ਗਿਆ? ਮੈਂ ਦੁਬਾਰਾ ਬੋਲ ਦਿਆਂ ਅਗਰ ਨਹੀਂ ਸਮਝ ਆਈ ਤਾਂ। ਹਾਂਜੀ, ਸੈਕੰਡ ਵਾਲੀ ਲਾਈਨ ਤੁਸੀਂ ਫੇਰ ਬੋਲੋ। ਉਹਦੇ ਚ ਸੈਕੰਡ ਵਾਲੀ ਇਹ ਲਾਈਨ ਸੀ, ਲਿਖੀ ਹੋਈ ਨਹੀਂ ਹੈ। ਪਹਿਲੀ ਵਾਲੀ ਲਾਈਨ ਤਾਂ ਇਹ ਸੀਗੀ ਜਿੰਦੇ ਵਿੱਚ ਦੱਸਿਆ ਗਿਆ ਹੈ। ਨਹੀਂ, ਪਹਿਲੀ ਵਾਲੀ ਕਲੀਅਰ ਹੈ, ਸੈਕੰਡ ਵਾਲੀ ਚ। ਹਾਂ, ਦੂਜੀ ਵਿੱਚ ਸਤਿਗੁਰੂ ਨੂੰ ਸਭ ਕੁਝ ਦੇਖਦਾ, ਜੇਤਾ ਜਗਤ ਸੰਸਾਰ, ਮਤਲਬ ਸਾਰਾ ਸੰਸਾਰ ਉਹ ਸਤਿਗੁਰੂ ਨੂੰ ਦੇਖ ਰਿਹਾ। ਜਿੱਥੇ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੇ ਵਿਚਾਰ। ਹੁਣ ਇਹ ਜਿਹੜੀ ਗੱਲ ਹੈ ਇਹ ਮੇਰੇ ਸਤਿਗੁਰੂ ਦੇ ਅੱਗੇ ਗੁਰੂ ਹੈਗਾ ਜਾਂ ਗੁਰ ਹੈਗਾ? ਮੈਂ ਇਹ ਮੈਨੂੰ ਨਹੀਂ ਇਸ ਟਾਈਮ ਯਾਦ, ਮੈਂ ਤੁਹਾਨੂੰ ਕਲੀਅਰ ਨਹੀਂ ਕਹਿ ਸਕਦਾ। ਓਕੇ, ਬਿਕਾਜ਼ ਦੈਟ ਦ ਮੀਨਿੰਗ ਵਿਲ ਚੇਂਜ ਵਿਦ ਦੈਟ ਐਕਚੁਅਲੀ। ਹਾਂ, ਅੱਛਾ ਜੀ। ਸਤਿਗੁਰੂ ਨੂੰ ਸਭ ਕੁਝ ਦੇਖਦਾ, ਜੇਕਰ ਸਤਿਗੁਰੂ ਨੂੰ ਸਭ ਕੁਝ ਦੇਖਦਾ, ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੇ ਵਿਚਾਰ। ਇੱਥੇ ਜੀ ਹੈਗਾ ਸਤਿਗੁਰ ਨੂੰ ਸਭ ਕੁਝ ਦੇਖਦਾ। ਹਾਂਜੀ, ਇੱਥੇ ਤੁਸੀਂ ਦੇਖੋ ਗੁਰ ਦੇ ਉੱਤੇ ਮੁਕਤਾ ਹੈ। ਸੋ ਜੇ ਉਹਦੇ ਉੱਤੇ ਮੁਕਤਾ ਹੈ ਤੇ ਵੀ ਆਰ ਨਾਟ ਸੇਇੰਗ ਕਿ ਰੱਬ ਸਾਰੇ ਦੇਖ ਲੈਂਦੇ ਨੇ। ਇਸੇ ਜੀ ਮੋਸਟ ਆਫ ਦੀ ਵਿਆਖਿਆ ਚ ਇਸ ਤਰ੍ਹਾਂ ਲਿਖਿਆ ਹੋਏਗਾ। ਦੈਟ ਇਜ਼ ਦਾ ਹੋਲ ਪੁਆਇੰਟ ਆਫ ਟੂਡੇਜ਼ ਡਿਸਕਸ਼ਨ। ਇੱਥੇ ਸਤਿਗੁਰ, ਜਿਹਨੂੰ ਮੈਂ ਜਿਹੜੀ ਇੰਸਟਰਕਸ਼ਨ ਨੂੰ ਸਮਝ ਲਿਆ, ਉਹ ਸਭ को ਵੇਖਦਾ ਹੈ ਕਿਉਂਕਿ ਸਭ ਨੂੰ ਇੰਸਟਰਕਸ਼ਨ ਮਿਲੀ ਹੋਈ ਹੈ। ਵੀ ਨੋ ਦੀ ਇੰਸਟਰਕਸ਼ਨਸ। ਮੈਂ ਹੁਣੇ ਤੁਹਾਨੂੰ ਗਿਣਵਾਈਆਂ ਕੁਝ ਇੰਸਟਰਕਸ਼ਨਸ। ਵੀ ਨੋ ਦੈਟ once we have that instruction, ਉਹ ਸਾਡੇ ਕੋਲ ਸਾਰੀਆਂ ਇੰਸਟਰਕਸ਼ਨ ਸਾਡੇ ਕੋਲ ਹੈ। ਓਨਲੀ ਥਿੰਗ ਇਜ਼ ਕਿ ਜਿਹੜਾ ਸਤਿਗੁਰ ਉੱਥੇ ਲਿਖਿਆ, ਸਤਿਗੁਰ ਸਭ ਨੂੰ ਦੇਖਦਾ, ਉਹਦੇ ਬਸ ਸਿਆਰੀ ਲਾਉਣ ਦੀ ਗੱਲ ਹੈ, ਯਾਨੀ ਕਿ ਇੰਪਲੀਮੈਂਟ ਕਰਨ ਦੀ ਗੱਲ ਹੈ। ਸੋ ਇਸੇ ਲਈ ਇਹ ਵਰਡਿੰਗਸ ਬਹੁਤ ਇੰਪੋਰਟੈਂਟ ਨੇ। ਇੱਥੇ ਸਤਿਗੁਰੂ ਨਹੀਂ ਹੈ, ਸਤਿਗੁਰ ਹੈ। ਦੀ ਹੋਲ ਐਕਸਰਸਾਈਜ਼ ਇਜ਼ ਦਿਸ ਓਨਲੀ। ਮੈਨੀ ਮੀਨਿੰਗਸ ਵਿਲ ਚੇਂਜ। ਇਨਫੈਕਟ ਜਦੋਂ ਮੈਨੂੰ ਪਹਿਲੀ ਵਾਰੀ ਪਤਾ ਲੱਗਾ ਤੇ ਜਿਹੜੇ ਬੜੀ ਫੇਮਸ ਲਾਈਨ ਸ਼ਬਦ ਹੈਗੇ ਉਹਨਾਂ ਵਿੱਚੋਂ ਵੀ ਮੀਨਿੰਗ ਚੇਂਜ ਹੋਣ ਲੱਗ ਪਏ ਵੈਨ ਆਈ ਗੋ ਵਿਦ ਦਿਸ। ਸੋ ਹੇਅਰ ਦਿਸ ਇਜ਼ ਅ ਵੈਰੀ ਗੁੱਡ ਐਗਜ਼ਾਮਪਲ। ਇੱਥੇ ਸਤਿਗੁਰ ਨੂੰ ਸਭ ਕੋ ਦੇਖ, ਸਤਿਗੁਰੂ ਨਹੀਂ ਹੈ। ਇਸੇ ਲਈ ਬਹੁਤ ਜ਼ਰੂਰੀ ਹੈ ਇੱਥੇ ਮਾਤਰਾ ਕਿਹੜੀਆਂ ਚੱਲ ਰਹੀਆਂ।